ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ, ਜਿਨ੍ਹਾਂ ਦੇ ਬਾਰੇ ਅੱਜ ਗੱਲਬਾਤ ਚੱਲਦੀ ਰਹੀ ਆ। ਕੁਝ ਖਬਰਾਂ ਇੱਥੇ ਦੀਆਂ ਕੈਨੇਡਾ ਦੀਆਂ, ਇੱਕ ਦੋ ਖਬਰਾਂ ਅਮਰੀਕਾ ਦੀਆਂ ਸਾਂਝੀਆਂ ਕਰਾਂਗੇ ਤੇ ਦੁਨੀਆ ਦੇ ਵਿੱਚ ਕੀ ਹੋ ਰਿਹਾ ਇੱਕ ਖਬਰ ਉਹ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਕੈਨੇਡਾ ਦੇ ਵਿੱਚ ਜਿਹੜੀ ਅੱਜ ਸਭ ਤੋਂ ਵੱਧ ਚਰਚਾ ਦੇ ਵਿੱਚ ਖਬਰ ਆ ਉਹ ਵਿਆਜ ਦਰਾਂ ਆ। ਵਿਆਜ ਦਰਾਂ ਦੇ ਨਾਲ ਬਹੁਤ ਕੁਝ ਜੁੜਿਆ ਹੈ। ਵਿਆਜ ਦਰਾਂ ਅੱਧਾ % ਵੱਧ ਗਈਆਂ, ਇਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ, ਕੱਲ੍ਹ ਦੀ ਜਿਹੜੀ ਅਨਾਊਂਸਮੈਂਟ ਹੋਈ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗ ਨੂੰ ਡੀਕ੍ਰਿਮੀਨਲਾਈਜ਼ ਕਰਨ ਬਾਰੇ, ਹੁਣੇ ਗੱਲ ਇਹ ਵੀ ਤੁਰ ਪਈ ਆ ਵੀ ਜੇ ਅੱਜ BC 'ਚ ਹੋਈ ਹੈ ਤਾਂ ਕੀ ਬਾਕੀ ਕੈਨੇਡਾ 'ਚ ਵੀ ਹੋਊਗੀ ਵੀ ਤੁਸੀਂ ਡਰੱਗ ਆਪਣੇ ਕੋਲ ਰੱਖ ਸਕਦੇ ਆ 2.5 ਗ੍ਰਾਮ ਲੀਗਲੀ। ਇਹਦੇ ਬਾਰੇ ਗੱਲਬਾਤ ਕਰਾਂਗੇ। ਕੋਵਿਡ ਵੈਕਸੀਨ ਨਾਲ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਸੀ, ਉਹਦਾ ਮੁਆਵਜ਼ਾ ਮਿਲਿਆ ਇੱਕ ਵਿਅਕਤੀ ਨੂੰ, ਉਹ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਇੱਕ ਨਵਾਂ ਕਨਸੈਪਟ, ਇੱਕ ਨਵੀਂ ਗੱਲਬਾਤ ਚਰਚਾ ਦੇ ਵਿੱਚ ਆ ਰਹੀ, ਉਹਨੂੰ ਕਿਹਾ ਜਾ ਰਿਹਾ ਵਰਚੁਅਲ ਕੈਸ਼ੀਅਰ। ਵਰਚੁਅਲ ਕੈਸ਼ੀਅਰ ਕੀ ਆ, ਇਹ ਗੱਲਬਾਤ ਕਰਾਂਗੇ। ਮੰਕੀ ਪੌਕਸ ਦੇ ਬਾਰੇ ਅਪਡੇਟ ਆ ਕਿ ਬਿਮਾਰੀ ਦਾ ਕੀ ਬਣਿਆ ਹੁਣ। ਅਮਰੀਕਾ ਦੀਆਂ ਦੋ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਇੱਕ, ਅਮਰੀਕਾ ਦੇ ਵਿੱਚ ਤੇਲ ਦੀਆਂ ਕੀਮਤਾਂ ਇਸ ਵੇਲੇ ਸਿਖਰ ਦੇ ਉੱਤੇ ਚਲੇ ਗਈਆਂ, ਗੈਸ ਦੀਆਂ, ਗੈਸੋਲੀਨ ਦੀਆਂ। ਤੇ ਦੂਜਾ, ਕੈਲੀਫੋਰਨੀਆ ਸੋਕੇ ਦੀ ਮਾਰ ਹੇਠ ਆ ਗਿਆ, ਪਾਣੀ ਦੇ ਨਾਲ ਸੰਬੰਧਿਤ ਉੱਥੇ ਪਾਬੰਦੀਆਂ ਲੱਗ ਗਈਆਂ। ਤੇ ਇੱਕ ਖਬਰ ਦੁਨੀਆ ਦੀ ਜਿਹੜੀ ਪ੍ਰਭਾਵਿਤ ਕਰ ਰਹੀ ਹੈ, ਰੂਸ ਯੂਕਰੇਨ ਅਪਡੇਟ, ਉਹਦੇ ਵਿੱਚ ਕੀ ਬਣਿਆ ਇਸ ਵੇਲੇ, ਕਿੱਥੇ ਕੁ ਗੱਲਬਾਤ ਰੁਕੀ ਆ, ਉਹ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਹੈ। ਸਭ ਤੋਂ ਪਹਿਲੀ ਖਬਰ, ਬੈਂਕ ਆਫ ਕੈਨੇਡਾ ਨੇ ਅੱਜ ਜਿਹੜਾ ਇੰਟਰਸਟ ਰੇਟ ਵਧਾਇਆ ਉਹਦੇ ਬਾਰੇ। ਖਬਰ ਕੱਲ੍ਹ ਵੀ ਤੁਹਾਡੇ ਨਾਲ ਕੀਤੀ ਸੀ ਤੇ ਲੰਬੇ ਸਮੇਂ ਤੋਂ ਇਹ ਚਰਚਾ ਦੇ ਵਿੱਚ ਸੀਗੀ ਕਿ ਇੰਟਰਸਟ ਰੇਟ ਵਧਣੇ ਇੰਨਾ ਅੰਦਾਜ਼ਾ ਲਾਇਆ ਜਾਂਦਾ ਸੀ। ਕਈ ਇਕੋਨੋਮਿਸਟ ਕਹਿੰਦੇ ਸੀ ਕਿ 0.25 ਵਧਣੇ ਆ, ਪਰ 0.50 ਵਧਿਆ, ਭਾਵ ਅੱਧਾ % ਇਹ ਇੰਟਰਸਟ ਰੇਟ ਵੱਧ ਗਿਆ। ਤੇ ਇਹਦੇ ਨਾਲ ਸਿੱਧਾ ਅਸਰ ਕੈਨੇਡਾ ਦੀ ਇਕੋਨਮੀ ਦੇ ਉੱਤੇ ਪੈਣਾ। ਮਾਮਲਾ ਸਾਨੂੰ ਸਾਰਿਆਂ ਨੂੰ ਪਤਾ, ਲਗਭਗ ਰੋਜ਼ ਹੀ ਇੱਕ ਅੱਧੀ ਖਬਰ ਆਪਾਂ ਇਹੋ ਜਿਹੀ ਕਰਦੇ ਹਾਂ ਜਿਹਦਾ ਸੰਬੰਧ ਇੰਟਰਸਟ ਰੇਟ ਜਾਂ ਇਕੋਨਮੀ ਦੇ ਨਾਲ ਹੁੰਦਾ, ਜਿਹਦਾ ਮਤਲਬ ਇਹ ਹੈ ਕਿ ਇਸ ਵੇਲੇ ਮਹਿੰਗਾਈ ਸਿਖਰ ਦੇ ਉੱਤੇ ਗਈ ਆ, ਉਹ ਮਹਿੰਗਾਈ ਨੂੰ ਰੋਕਣ ਦੇ ਲਈ ਇੰਟਰਸਟ ਰੇਟ ਵਧਾਉਣੇ ਜ਼ਰੂਰੀ ਆ। ਬਹੁਤ ਸਾਰੇ ਮਾਹਰ ਕਹਿ ਰਹੇ ਸੀ ਵੀ ਵਧਣੇ ਆ ਤੇ ਉਹ ਵੱਧ ਗਏ ਆ। ਤੇ ਇਹ ਹੁਣ ਬੈਂਕ ਆਫ ਕੈਨੇਡਾ ਨੇ ਅੱਜ ਜਿਹੜੀ ਖਾਸ ਗੱਲ ਇਹ ਕਹੀ ਆ ਵੀ ਹੁਣ ਵੱਧ ਗਿਆ ਪਰ ਅੱਗੇ ਵੀ ਵਧਣੇ ਆ, ਭਾਵ ਇਹ ਅੱਗੇ ਵੀ ਇਸੇ ਤਰ੍ਹਾਂ ਵਾਧਾ ਜਾਰੀ ਰਹਿਣਾ ਆ। ਸੋ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਵਧਾ ਕੇ ਜਿਹੜਾ ਬੈਂਚਮਾਰਕ ਇੰਟਰਸਟ ਰੇਟ ਆ 1.5% ਅੱਜ ਬੁੱਧਵਾਰ ਨੂੰ, ਜਾਣੀ ਕਿ 1 ਜੂਨ ਨੂੰ ਕਰ ਦਿੱਤਾ। ਤੇ ਨਾਲ ਹੀ ਨਾਲ ਇੱਕ ਇਸ਼ਾਰਾ ਉਹਨਾਂ ਨੇ ਲੋਕਾਂ ਨੂੰ ਇਹ ਵੀ ਦੇ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਿਆਜ ਦਰਾਂ ਹੋਰ ਵਧਣੀਆਂ ਆ। ਡਿਸੀਜਨ ਸੈਂਟਰਲ ਬੈਂਕ ਦਾ ਇਸ ਰੇਟ ਨੂੰ ਵਧਾਉਣ ਦਾ 0.5% ਪੁਆਇੰਟ ਇਹਨੂੰ ਪਹਿਲਾਂ ਹੀ ਮਤਲਬ ਐਕਸਪੈਕਟ ਕੀਤਾ ਜਾ ਰਿਹਾ ਸੀ, ਲੋਕ ਉਡੀਕ ਹੀ ਰਹੇ ਸੀਗੇ। ਇੱਕ ਕਿਹਾ ਕਿ ਕਿਉਂਕਿ ਇਨਫਲੇਸ਼ਨ ਬਹੁਤ ਜ਼ਿਆਦਾ ਅਗਰੈਸਿਵਲੀ ਹਾਈ ਹੈ ਇਸ ਵੇਲੇ, ਉਹਨੂੰ ਰੋਕਣ ਦੇ ਲਈ ਕਦਮ ਉੱਡੇ ਵੱਡੇ ਚੱਕੇ ਜਾਣੇ ਸੀਗੇ। ਇਨਫਲੇਸ਼ਨ 6.8% ਦੇ ਉੱਤੇ ਪਿਛਲੇ ਮਹੀਨੇ ਅਪ੍ਰੈਲ ਦੇ ਵਿੱਚ ਪਹੁੰਚੀ ਆ। ਮਈ ਦੇ ਅੰਕੜੇ ਹੁਣ ਜਾਰੀ ਹੋ ਜਾਣੇ ਅੱਜ ਕੱਲ੍ਹ ਦੇ ਵਿੱਚ, ਉਹਨਾਂ ਤੋਂ ਵੀ ਪਤਾ ਲੱਗੂਗਾ। ਔਰ ਇਹਦਾ ਜਿਹੜਾ ਮੋਰ ਦੈਨ ਟਵਾਈਸ, ਮਤਲਬ ਦੁੱਗਣੇ ਤੋਂ ਜ਼ਿਆਦਾ ਜਿਹੜਾ ਸੈਂਟਰਲ ਬੈਂਕ ਇਹਨੂੰ ਦੇਖ ਰਹੀ ਹੈ ਇਸ ਤਰੀਕੇ ਨੂੰ ਰੇਟ ਵਧਾਉਣ ਨੂੰ। ਹੁਣ ਸੈਂਟਰਲ ਬੈਂਕ ਕੀ ਕਰ ਰਹੀ ਹੈ ਕਿ ਇੰਟਰਸਟ ਰੇਟ ਨੂੰ ਪਹਿਲਾਂ ਉਹਨਾਂ ਨੇ ਥੱਲੇ ਸੈੱਟ ਦਿੱਤਾ ਤਾਂ ਕਿ ਲੋਕ ਇਨਕਰੇਜ ਕੀਤਾ ਇਹਨੂੰ ਬੋਰੋ ਕਰਨ ਦੇ ਲਈ, ਤੁਸੀਂ ਹੋਰ ਕਰਜ਼ਾ ਲਓ, ਹੋਰ ਲੋਨ ਲਓ। ਜਦੋਂ ਇਹ ਕੋਵਿਡ ਸੀਗਾ ਤੇ ਉਹਦੇ ਤੋਂ ਬਾਅਦ ਇਕੋਨਮੀ ਕਿਉਂਕਿ ਰੁਕ ਗਈ ਸੀ, ਸਾਰਾ ਕੁਝ ਰੁਕ ਗਿਆ ਸੀ, ਫਿਰ ਸਾਰਾ ਕੁਝ ਚੱਲ ਪਿਆ। ਉਹ ਹੁਣ ਚੱਲਦਾ ਇੰਨਾ ਜ਼ਿਆਦਾ ਹੋ ਗਿਆ ਕਿ ਮਹਿੰਗਾਈ ਵੱਧ ਗਈ। ਜਦੋਂ ਕਰੋਨਾ ਆਇਆ, ਪੈਂਡੈਮਿਕ ਹੋਈ, ਇੰਟਰਸਟ ਰੇਟ ਥੱਲੇ ਸਿੱਟ ਦਿੱਤੇ ਗਏ, ਬਹੁਤ ਥੱਲੇ ਲੈ ਗਏ, ਹਿਸਟੋਰਿਕ ਲੋ ਚਲੇ ਗਏ ਕਿ ਲੋਕ ਵੱਧ ਤੋਂ ਵੱਧ ਪੈਸਾ ਵਿਆਜ 'ਤੇ ਲੈਣ ਅਤੇ ਖਰਚਣ। ਲੋਕਾਂ ਨੂੰ ਪੈਸਾ ਦਿੱਤਾ ਗਿਆ ਕਿ ਉਹ ਪੈਸਾ ਖਰਚਣ, ਇਕੋਨਮੀ ਚੱਲੇ। ਤੇ ਹੁਣ ਕਿਉਂਕਿ ਉਹ ਇਕੋਨਮੀ ਚੱਲ ਪਈ ਤੇ ਚੱਲ ਇੰਨੀ ਪਈ ਕਿ ਓਵਰਹੀਟ ਹੋ ਗਈ, ਤੇ ਹੁਣ ਉਹਨੂੰ ਕੂਲ ਡਾਊਨ ਕਰਨ ਦੇ ਲਈ ਦੂਜੇ ਪਾਸੇ ਯਤਨ ਕੀਤੇ ਜਾ ਰਹੇ ਆ, ਇੰਟਰਸਟ ਰੇਟ ਨੂੰ ਵਧਾਇਆ ਜਾ ਰਿਹਾ। ਔਰ ਇਹ ਇਕੱਲਾ ਕੈਨੇਡਾ ਦੇ ਵਿੱਚ ਨਹੀਂ ਹੋ ਰਿਹਾ, ਬਹੁਤ ਸਾਰੇ ਦੇਸ਼ ਆ ਕੈਨੇਡਾ ਵਰਗੇ ਜਿਨ੍ਹਾਂ ਨੇ ਪਹਿਲਾਂ ਸੇਮ ਸਾਰਾ ਕੁਝ ਹੀ ਦੁਨੀਆ ਦੇ ਵਿੱਚ ਵਾਪਰਿਆ। ਪਹਿਲਾਂ ਲੈਂਡਿੰਗ ਰੇਟ ਉਹਨਾਂ ਨੇ ਘਟਾ ਦਿੱਤੇ ਕੋਵਿਡ-19 ਦੇ ਅਰਲੀ ਡੇਜ਼ ਦੇ ਵਿੱਚ, ਤੇ ਜ਼ਿਆਦਾ ਲੋਕ ਬੋਰੋ ਕਰਨ, ਬਾਅਦ ਦੇ ਵਿੱਚ ਹੁਣ ਵਧਾ ਰਹੇ ਆ। ਅਮਰੀਕਾ ਦੇ ਵਿੱਚ ਵੀ ਇਹੀ ਕੁਛ ਹੋਇਆ। ਪਹਿਲਾਂ ਉਹ ਸਾਰੇ ਜਿਹੜੇ ਆ ਬਹੁਤ ਥੱਲੇ ਲੈ ਗਏ ਸੀ, ਆਲਮੋਸਟ 0 ਦੇ ਨੇੜੇ ਤੇੜੇ, ਤਾਂ ਮੁੜ ਕੇ ਹੁਣ ਜਦੋਂ ਵਧਣੇ ਸ਼ੁਰੂ ਹੋਏ ਤਾਂ 5-6 ਦੇ ਨੇੜੇ ਤੇੜੇ ਉਹ ਇੰਟਰਸਟ ਰੇਟ ਅਮਰੀਕਾ ਦੇ ਵਿੱਚ ਵੀ ਪਹੁੰਚ ਚੁੱਕੇ ਆ। ਜਿਹੜੀ ਕਾਸਟ ਆਫ ਲਿਵਿੰਗ ਇਸ ਵੇਲੇ ਆ, ਪਿਛਲੇ 30 ਸਾਲਾਂ ਦੇ ਵਿੱਚ ਇੰਨੀ ਕਦੇ ਨਹੀਂ ਵਧੀ। ਮਤਲਬ ਇੱਕ ਬੰਦੇ ਨੇ ਇੱਥੇ ਰਹਿਣ ਸਹਿਣ ਦੇ ਉੱਤੇ ਉਹਦੇ ਜਿੰਨਾ ਖਰਚਾ ਆ ਰਿਹਾ, ਪਿਛਲੇ 30 ਸਾਲਾਂ ਦੇ ਵਿੱਚ ਕਦੇ ਬੰਦਾ ਕੈਨੇਡਾ ਦੇ ਵਿੱਚ ਇੰਨਾ ਤੰਗ ਨਹੀਂ ਹੋਇਆ ਜਿੰਨਾ ਇਸ ਵੇਲੇ ਤੰਗ ਆ। ਇਹ ਕੋਈ ਇਕੋਨੋਮਿਸਟ ਨਹੀਂ ਕਹਿ ਰਿਹਾ ਜਾਂ ਕਿਸੇ ਦੀ ਇੱਕ ਵਿਅਕਤੀ ਦੀ ਰਾਏ ਨਹੀਂ, ਇਹ ਸੈਂਟਰਲ ਬੈਂਕ ਕਹਿ ਰਹੀ ਆ। ਤੋ ਇਸ ਵੇਲੇ ਜਿਹੜੇ ਇਹ ਵੀ ਨਾਲ ਕਿਹਾ ਜਾ ਰਿਹਾ ਕਿ 30 ਸਾਲਾਂ ਦੇ ਵਿੱਚ ਤਾਂ ਇੰਨਾ ਲੋਕ ਤੰਗ ਨਹੀਂ ਹੋਏ ਮਹਿੰਗਾਈ ਤੋਂ, ਤੇ ਇਹ ਵੀ ਹਜੇ ਸਿਖਰ ਨਹੀਂ ਆ। ਮਤਲਬ ਇਹਦੇ ਤੋਂ ਮਾੜਾ ਸਮਾਂ ਅਜੇ ਆਉਣ ਵਾਲਾ ਆ।
ਅੱਜ ਜਿਹੜੀ ਸਟੇਟਮੈਂਟ ਉਹਨਾਂ ਨੇ ਦਿੱਤੀ ਆ ਕਿ ਜਿਹੜੀ ਮਹਿੰਗਾਈ ਆ, ਇਨਫਲੇਸ਼ਨ ਆ, ਅਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੋਂ ਵੀ ਹੋਰ ਜ਼ਿਆਦਾ ਵਧਣੀ ਆ। ਇੱਕ ਸਟੇਜ ਦੇ ਉੱਤੇ ਜਾਊਗੀ, ਫਿਰ ਮੁੜ ਕੇ ਘਟਣੀ ਸ਼ੁਰੂ ਹੋਊਗੀ। ਪਰ ਅਜੇ ਤੱਕ ਜਿੱਥੇ ਤੱਕ ਲੋਕਾਂ ਦਾ ਮਤਲਬ ਹਾਹਾਕਾਰ ਮੱਚੀ ਆ ਲੋਕਾਂ ਦੇ ਵਿੱਚ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਤੱਕ ਨੂੰ ਲੈ ਕੇ, ਤਾਂ ਬਾਕੀ ਚੀਜ਼ਾਂ ਨੂੰ ਲੈ ਕੇ ਇਹ ਜੇ ਵੱਧਦੀ ਰਹੀ ਤਾਂ ਇਹਨੇ ਬਹੁਤ ਖਤਰਨਾਕ ਰੂਪ ਅਖਤਿਆਰ ਕਰ ਲੈਣਾ, ਜਿਹਦਾ ਦੂਜਾ ਡਰ ਦੂਜੇ ਪਾਸੇ ਇਹ ਹੈ ਕਿ ਰਿਸੈਸ਼ਨ ਆ ਜਾਂਦਾ, ਆਰਥਿਕ ਮੰਦਵਾੜਾ ਆ ਜਾਂਦਾ। ਫਿਰ ਚੀਜ਼ਾਂ ਇੱਦਾਂ ਡਿੱਗ ਜਾਂਦੀਆਂ ਘਰਾਂ ਦੀਆਂ, ਜਿੱਦਾਂ 2008 ਦੇ ਵਿੱਚ ਅਮਰੀਕਾ ਦੇ ਵਿੱਚ ਹੋਇਆ ਸੀ ਕਿ 8-8 ਲੱਖ ਵਾਲਾ ਘਰ 4-4 ਲੱਖ ਦਾ ਰਹਿ ਜਾਂਦਾ। ਇਹ ਜਿਹੜੇ ਮਾਹਰ ਇਹ ਦੱਸ ਰਹੇ ਆ ਹੁਣ ਕਿ ਸਰਕਾਰ ਜਿਹੜੀ ਸੈਂਟਰਲ ਬੈਂਕ ਆ ਬੇਸਿਕਲੀ ਉਹ ਇਸ ਚੀਜ਼ ਨੂੰ ਬਹੁਤ ਨੇੜਿਓਂ ਮੋਨੀਟਰ ਕਰਦੀ ਆ ਕਿ ਕਿਤੇ ਇਕੋਨਮੀ ਨੂੰ ਸਲੋ ਕਰਦੇ ਕਰਦੇ ਇੰਟਰਸਟ ਰੇਟ ਵਧਾਉਂਦੇ ਜਿਹੜਾ ਰਿਸੈਸ਼ਨ ਆ ਉਹ ਨਾ ਆ ਜਾਵੇ, ਆਰਥਿਕ ਮੰਦਵਾੜੇ ਦੇ ਵਿੱਚ ਉਹਨਾਂ ਦੇਸ਼ ਨੂੰ ਲੰਘਣਾ ਪੈ ਜਾਵੇ, ਜਿਹੜਾ ਸਭ ਤੋਂ ਖਤਰਨਾਕ ਆ। ਹੁਣ ਬੈਂਕ ਦੇ ਰੇਟ ਜਿਹੜੇ ਆ ਕੁਆਟਰ ਤੋਂ ਲੈ ਕੇ ਜਿਹੜਾ 1.7% ਲੈਵਲ ਦੇ ਤੱਕ ਜਿਹੜੇ ਇਹ ਪਹੁੰਚਣੇ ਆ ਹੌਲੀ ਹੌਲੀ, ਔਰ ਜਿੰਨੇ ਇਸ ਪੈਂਡੈਮਿਕ ਤੋਂ ਪਹਿਲਾਂ ਸੀਗੇ ਉਹਦੇ ਤੋਂ ਬਾਅਦ ਇਹ ਲਗਾਤਾਰ ਵਧੀ ਜਾਣੇ ਆ, ਜਿਹਦੇ ਨਾਲ ਇਹਨੂੰ ਕਿਸ ਤਰੀਕੇ ਨਾਲ ਕੰਟਰੋਲ ਕੀਤਾ ਜਾ ਸਕਦਾ। ਜਿਹੜੇ ਇਹ ਬੈਂਕ ਦੇ ਡਿਸੀਜਨ ਇਹਦੇ ਨਾਲ ਫਰਕ ਸਿੱਧਾ ਕਿਹਨੂੰ ਪੈ ਰਿਹਾ? ਮਾਹਰ ਦੱਸ ਰਹੇ ਆ ਕਿ ਬੈਂਕ ਆਫ ਕੈਨੇਡਾ ਦੇ ਇਸ ਫੈਸਲੇ ਦੇ ਨਾਲ ਸਿੱਧੇ ਜਿਹੜੇ ਵੇਰੀਏਬਲ ਰੇਟ ਲੋਨਸ ਹੈਗੇ ਆ, ਜਿਵੇਂ ਮੌਰਗੇਜ ਆ ਜਾਂ ਲਾਈਨ ਆਫ ਕ੍ਰੈਡਿਟ ਆ, ਵੇਰੀਏਬਲ ਮੌਰਗੇਜ ਆ ਜਿਨ੍ਹਾਂ ਦੇ ਕੋਲ, ਉਹਨਾਂ ਨੂੰ ਇਸ ਵੇਲੇ ਸਿੱਧਾ ਅਸਰ ਇਹਦਾ ਪਊਗਾ। ਜਿਹੜੇ ਲੋਕਾਂ ਦੀ ਫਿਕਸ ਕਰਵਾਈ ਆ ਕਿ 5 ਸਾਲ ਲਈ ਜਾਂ 3 ਸਾਲ ਲਈ, ਜਦੋਂ ਉਹਨਾਂ ਦੀ ਉਹ ਟਰਮ ਖਤਮ ਹੋ ਜਾਣੀ ਆ, ਉਹਦੇ ਤੋਂ ਬਾਅਦ ਉਹ ਜਦੋਂ ਦੁਬਾਰਾ ਉਹਨੂੰ ਰੀਫਾਈਨੈਂਸ ਕਰਵਾਉਂਦੇ ਆ ਜਾਂ ਰੀਨਿਊ ਕਰਵਾਉਂਦੇ ਆ ਆਪਣੀ ਮੌਰਗੇਜ ਨੂੰ, ਉਹਨਾਂ ਦੇ ਉੱਤੇ ਫਿਰ ਉਹ ਰੇਟ ਲੱਗੂਗਾ। ਜਿਨ੍ਹਾਂ ਨੇ ਪਹਿਲਾਂ ਲੋ ਰੇਟ ਦੇ ਵਿੱਚ ਲੈ ਕੇ ਫਿਕਸ ਕਰਵਾ ਲਈ ਉਹ ਤਾਂ ਹਜੇ ਤੱਕ ਉਸੇ ਰੇਟ ਦੇ ਉੱਤੇ ਚੱਲੇ ਜਾਣਗੇ, ਪਰ ਜਿਨ੍ਹਾਂ ਦੀ ਵੇਰੀਏਬਲ ਮੌਰਗੇਜ ਆ ਜਾਂ ਜਿਹੜੀ ਲਾਈਨ ਆਫ ਕ੍ਰੈਡਿਟ ਆ ਉਹਦੇ ਉੱਤੇ ਤੁਸੀਂ ਉਹਨੂੰ ਚੱਕਿਆ ਆ, ਉਹਦੇ ਉੱਤੇ ਇਸ ਵੇਲੇ ਸਿੱਧਾ ਅਸਰ ਇਹਦਾ ਸਪਸ਼ਟ ਰੂਪ ਦੇ ਵਿੱਚ ਪਊਗਾ ਤੇ ਇੰਪੈਕਟ ਲੋਕਾਂ ਦੇ ਉੱਤੇ ਇਹਦਾ ਸਿੱਧਾ ਪੈਣਾ ਆ। ਸੋ ਪੈਂਡੈਮਿਕ ਤੋਂ ਬਾਅਦ ਲਗਾਤਾਰ ਰੇਟ ਇਸ ਵੇਲੇ ਵੱਧ ਰਹੇ ਆ, ਇਹਦਾ ਇਕੋਨਮੀ ਦੇ ਉੱਤੇ ਇੱਕ ਵੱਡਾ ਅਸਰ ਜਿਹੜਾ ਇਸ ਵੇਲੇ ਕੈਨੇਡਾ ਦੇ ਵਿੱਚ ਉਹ ਹਾਊਸਿੰਗ ਮਾਰਕੀਟ ਦੇ ਉੱਤੇ ਦੇਖਿਆ ਜਾ ਰਿਹਾ। ਹਰ ਚੀਜ਼ ਮਹਿੰਗੀ ਹੋਈ ਆ, ਕਾਰਾਂ, ਗਰੋਸਰੀ, ਕਾਰਾਂ ਮਿਲ ਨਹੀਂ ਰਹੀਆਂ, ਇਹ ਹਰ ਚੀਜ਼ ਦੇ ਉੱਤੇ ਮਹਿੰਗਾਈ ਦਾ ਅਸਰ ਆ। ਪਰ ਇਸ ਇੰਟਰਸਟ ਰੇਟ ਦੇ ਵਾਧੇ ਦਾ ਸਿੱਧਾ ਅਸਰ ਹਾਊਸਿੰਗ ਮਾਰਕੀਟ ਦੇ ਉੱਤੇ ਦੇਖਿਆ ਜਾ ਰਿਹਾ ਕਿ ਜਿਹੜੀ ਘਰਾਂ ਦੀਆਂ ਕੀਮਤਾਂ ਆ ਉਹਦੇ ਉੱਤੇ ਇਹਦਾ ਕੀ ਅਸਰ ਪੈਂਦਾ ਆ। ਤੇ ਜਿਹੜੇ ਹੁਣ ਇਹਦਾ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਜਦੋਂ ਇੰਟਰਸਟ ਰੇਟ ਵਧਿਆ ਆ, ਉਦਾਂ ਘਰਾਂ ਦੀਆਂ ਕੀਮਤਾਂ ਜਿੰਨੀਆਂ ਤੇਜ਼ੀ ਦੇ ਨਾਲ ਅੱਗੇ ਵਧ ਰਹੀਆਂ ਸੀ ਉਹ ਰੁਕਣੀਆਂ ਸ਼ੁਰੂ ਹੋ ਗਈਆਂ, ਫਿਰ ਰੁਕ ਗਈਆਂ ਤੇ ਫਿਰ ਹੌਲੀ ਹੌਲੀ ਇਹ ਪਿੱਛੇ ਨੂੰ ਜਾਣ ਲੱਗ ਪਈਆਂ। ਪੂਰੇ ਕੈਨੇਡਾ ਦੇ ਵਿੱਚ 6% ਦੇ ਕਰੀਬ ਇਹ ਕੀਮਤਾਂ ਥੱਲੇ ਆ ਗਈਆਂ ਐਵਰੇਜ, ਕਿਤੇ ਜ਼ਿਆਦਾ ਵੀ ਆਈਆਂ, ਕਿਤੇ ਮਿਲੀਅਨ ਵਾਲਾ ਜਿਹੜਾ ਉਹ 8-8 ਲੱਖ ਨੂੰ ਵੀ ਟਾਊਨ ਹਾਊਸ ਜਾਂ ਕੋਈ ਚੀਜ਼ ਜਿਹੜੀ ਰਹਿ ਗਈ ਹੈ, ਕਿਤੇ ਵੱਧ ਫਰਕ ਪਿਆ, ਕਿਤੇ ਘੱਟ ਫਰਕ ਪਿਆ, ਪਰ ਫਰਕ ਪਿਆ। ਮਾਰਕੀਟ ਰੁਕੀ ਆ, ਰੁਕ ਕੇ ਪਿੱਛੇ ਨੂੰ ਮੁੜੀ ਆ। ਹੁਣ ਇੰਟਰਸਟ ਰੇਟ ਇੱਕ ਵਾਰੀ ਫੇਰ ਵੱਧ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਵਧਣਾ। ਇਹ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਇਹਦਾ ਹਾਊਸਿੰਗ ਮਾਰਕੀਟ ਦੇ ਉੱਤੇ ਕੀ ਇੰਪੈਕਟ ਪੈਂਦਾ, ਕਿਉਂਕਿ ਹਾਊਸਿੰਗ ਮਾਰਕੀਟ ਨੂੰ ਕੰਟਰੋਲ ਕਰਨ ਵਾਲੀ ਇਕੱਲਾ ਇੰਟਰਸਟ ਰੇਟ ਨਹੀਂ ਆ, ਵਿਆਜ ਦਰਾਂ ਇਕੱਲੀਆਂ ਨਹੀਂ ਆ ਉਹਨੂੰ ਕੰਟਰੋਲ ਕਰਨ ਵਾਲੀਆਂ, ਬਹੁਤ ਸਾਰੇ ਫੈਕਟਰ ਨੇ, ਕਿੰਨੀ ਡਿਮਾਂਡ ਸਪਲਾਈ ਦੇ ਕਿੰਨੇ ਮਾਮਲੇ ਨੇ, ਪਰ ਉਹਨਾਂ ਦੇ ਵਿੱਚੋਂ ਇੱਕ ਫੈਕਟਰ ਇੰਟਰਸਟ ਰੇਟ ਜ਼ਰੂਰ ਆ। ਜਿਹੜਾ ਬੰਦਾ ਪਹਿਲਾਂ ਜਿੰਨੇ ਦੇ ਉੱਤੇ ਮੌਰਗੇਜ ਲੈਂਦਾ ਸੀ ਉਹਨੂੰ ਹੁਣ ਵੱਧ ਪੇ ਕਰਨਾ ਪੈ ਰਿਹਾ, ਉਹਨੂੰ ਕੁਦਰਤੀ ਤੌਰ 'ਤੇ ਉਹਦੀ ਜਿਹੜੀ ਪੇਮੈਂਟ ਆ, ਉਹਦੀ ਕਿਸ਼ਤ ਆ, ਉਹ ਵੱਧ ਜਾਣੀ ਆ ਤੇ ਉਹ ਕਈ ਵਾਰੀ ਉਸ ਕਿਸ਼ਤ ਨੂੰ ਪੇ ਕਰਨ ਦੇ ਯੋਗ ਹੀ ਨਹੀਂ ਆ ਵੱਧ ਇੰਟਰਸਟ ਰੇਟ ਦੇ ਨਾਲ, ਤੇ ਕੁਆਲੀਫਾਈ ਨਹੀਂ ਕਰਦਾ। ਇਸ ਕਰਕੇ ਵੀ ਜਿਹੜਾ ਇਹ ਰੁਕੂਗਾ, ਲੋਕ ਘੱਟ, ਕਿਉਂਕਿ ਜਦੋਂ ਵਿਆਜ ਦਰ ਬਹੁਤ ਘੱਟ ਆ, ਵਿਆਜ ਬਹੁਤ ਥੱਲੇ ਆ, ਤੇ ਉਹਦੇ ਨਾਲ ਫਿਰ ਲੋਕ ਜ਼ਿਆਦਾ ਕਰਜ਼ਾ ਲੈਂਦੇ ਆ, ਜ਼ਿਆਦਾ ਘਰ ਲੈਂਦੇ ਆ, ਤੇ ਜਦੋਂ ਇਹ ਵੱਧ ਜਾਂਦਾ ਉਦੋਂ ਲੋਕ ਥੋੜ੍ਹਾ ਜਿਹਾ ਇਹਦੇ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਆ। ਸੋ ਹੁਣ ਇਹਦੇ ਉੱਤੇ ਕਿੰਨਾ ਕੁ ਅਸਰ ਪੈਂਦਾ ਆ, ਕਿੰਨਾ ਕੁ ਸਟਰੈਚ ਕਰਦੇ ਆ ਆਪਣੇ ਆਪ ਨੂੰ, ਇਹ ਵੀ ਇੱਕ ਦੇਖਣ ਵਾਲੀ ਚੀਜ਼ ਆ। ਤੇ ਇਹਨੂੰ ਲੈ ਕੇ ਫਿਰ ਵੱਡੀ ਗੱਲਬਾਤ ਜਿਹੜੀ ਸਾਹਮਣੇ ਆਊਗੀ ਕਿ ਇੰਟਰਸਟ ਰੇਟ ਦਾ ਹਾਊਸਿੰਗ ਮਾਰਕੀਟ ਦੇ ਉੱਤੇ ਕੀ ਅਸਰ ਪੈਂਦਾ। ਹਾਊਸਿੰਗ ਮਾਰਕੀਟ ਦੇ ਨਾਲ ਬਹੁਤ ਕੁਛ ਕੈਨੇਡਾ ਦਾ, ਜਿਵੇਂ ਬ੍ਰਿਟਿਸ਼ ਕੋਲੰਬੀਆ ਆ, ਇਹਦਾ ਬਹੁਤ ਕੁਛ ਜੁੜਿਆ ਆ, ਤੇ ਜੇ ਉਹ ਕੀਮਤਾਂ ਘਟਦੀਆਂ ਆ, ਪਹਿਲਾਂ ਇਹ ਹੁਣ ਤੱਕ ਸਿੱਧ ਹੋ ਚੁੱਕਿਆ, ਜਿਹੜਾ ਬੈਂਕ ਆਫ ਕੈਨੇਡਾ ਨੇ ਪਿਛਲੇ ਸਮੇਂ ਦੇ ਵਿੱਚ ਇੰਟਰਸਟ ਰੇਟ ਜਿੱਦਾਂ ਵਧਾਇਆ, ਉੱਦਾਂ ਹੀ ਘਰਾਂ ਦੀਆਂ ਕੀਮਤਾਂ ਰੁਕੀਆਂ ਤੇ ਪਿੱਛੇ ਨੂੰ ਆਈਆਂ। ਅੱਜ 1 ਜੂਨ ਨੂੰ ਜਦੋਂ 0.5% ਹੋਰ ਵਿਆਜ ਉਹਨਾਂ ਨੇ ਵਧਾ ਦਿੱਤਾ ਆ, ਇਹਦੇ ਨਾਲ ਘਰਾਂ ਦੀ ਮਾਰਕੀਟ ਕਿੰਨੀ ਕੁ ਅਸਰ ਇਹਦੇ ਉੱਤੇ ਪੈਂਦਾ ਆ, ਅਫੋਰਡੇਬਿਲਟੀ ਕਿੰਨੀ ਕੁ ਵੱਧਦੀ ਆ, ਮਹਿੰਗਾਈ ਕਿੰਨੀ ਕੁ ਕਾਬੂ 'ਚ ਆਉਂਦੀ ਆ, ਕੀ ਕਿਤੇ ਜਿਹੜੀ ਇਕੋਨਮੀ ਆ ਉਹ ਬਿਲਕੁਲ ਹੀ ਸਲੋ ਤਾਂ ਨਹੀਂ ਹੋ ਜਾਂਦੀ, ਰੁਕ ਤਾਂ ਨਹੀਂ ਜਾਂਦੀ। ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਸਾਡੇ ਸਾਹਮਣੇ ਨੇ, ਪਰ ਇੱਕ ਦੋ ਗੱਲਾਂ ਤੈਅ ਨੇ ਕਿ ਜਿਵੇਂ ਬੈਂਕ ਨੇ ਕਿਹਾ ਕਿ ਇਸ ਵਾਰੀ ਅਸੀਂ 0.5% ਵਧਾਇਆ, ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਕਿ ਇਹ ਵਿਆਜ ਦਰਾਂ ਹੋਰ ਵਧਣਗੀਆਂ। ਤੇ ਦੂਜੀ ਗੱਲ ਇਹ
ਪਿਛਲੇ 30 ਸਾਲਾਂ ਦੇ ਵਿੱਚ ਇੰਨੀ ਮਹਿੰਗਾਈ ਕਦੇ ਨਹੀਂ ਹੋਈ ਜਿੰਨੀ ਇਸ ਵੇਲੇ ਆ। ਤੇ ਨਾਲ ਹੀ ਉਹਨਾਂ ਨੇ ਹਿੰਟ ਇਹ ਵੀ ਦੇ ਦਿੱਤਾ ਕਿ ਇਹਨੂੰ ਹੀ ਬਸ ਨਾ ਸਮਝੋ, ਇਹਦੇ ਤੋਂ ਅੱਗੇ ਵੀ ਮਹਿੰਗਾਈ ਅਜੇ ਹੋਰ ਕੈਨੇਡਾ ਦੇ ਵਿੱਚ ਵਧੂਗੀ। ਕੱਲ੍ਹ ਇੱਕ ਬਹੁਤ ਮਹੱਤਵਪੂਰਨ ਅਨਾਊਂਸਮੈਂਟ ਹੋਈ ਸੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਅਸੀਂ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀ ਕਿ ਡਰੱਗ ਨੂੰ ਡੀਕ੍ਰਿਮੀਨਲਾਈਜ਼ ਕਰ ਦਿੱਤਾ ਗਿਆ। ਡੀਕ੍ਰਿਮੀਨਲਾਈਜ਼ ਦਾ ਮਤਲਬ ਇਹਦਾ ਕਰਨ ਦਾ ਮਤਲਬ ਕੀ ਆ ਕਿ ਤੁਸੀਂ ਹੁਣ ਖਾਣ ਪੀਣ ਦੇ ਲਈ ਕੋਈ ਵੀ ਨਸ਼ਾ ਨਹੀਂ, ਕੁਛ ਉਹਨਾਂ ਨੇ ਨਸ਼ੇ ਦੱਸੇ ਆ, ਜਿਵੇਂ ਮੈਥਾਫੈਂਟਾਮਾਈਨ ਆ, ਓਪੀਓਡ ਆ, ਜਿਵੇਂ ਇਹ ਚੀਜ਼ਾਂ ਨੇ, ਇਹਨਾਂ ਨੂੰ ਜਾਂ ਦੂਜੇ ਸ਼ਬਦਾਂ 'ਚ ਕਹਿ ਲਓ ਫੀਮ ਆ, ਕੋਕੇਨ ਆ। ਇਹਨਾਂ ਚੀਜ਼ਾਂ ਨੂੰ ਤੁਸੀਂ 2.5 ਗ੍ਰਾਮ ਤੱਕ ਇੱਕ ਬੰਦਾ ਖਾਣ ਪੀਣ ਦੇ ਲਈ ਜੇ ਕੋਲ ਰੱਖਦਾ ਹੈ, ਜੇ ਫੜਿਆ ਜਾਂਦਾ ਤਾਂ ਉਹਦੇ ਕੋਲੇ ਕੋਈ ਉਹਦੇ ਤੇ ਚਾਰਜ ਨਹੀਂ ਲੱਗੂਗਾ ਤੇ ਕੋਈ ਉਹਨੂੰ ਪੁਲਿਸ ਵਾਲੇ ਕੁਛ ਨਹੀਂ ਵੀ ਕਹਿਣਗੇ। ਇਹ ਬ੍ਰਿਟਿਸ਼ ਕੋਲੰਬੀਆ ਪੂਰੇ ਨਾਰਥ ਅਮਰੀਕਾ ਦੇ ਵਿੱਚ ਪਹਿਲੀ ਜੂਰਿਸਡਿਕਸ਼ਨ ਇਹੋ ਜਿਹੀ ਬਣੀ ਹੈ ਜਿਹਦੇ ਵਿੱਚ ਇਹ ਨਿਯਮ ਲਾਗੂ ਕੀਤਾ ਗਿਆ ਕਿ ਤੁਸੀਂ ਖਾਣ ਲਈ ਨਸ਼ਾ ਰੱਖ ਸਕਦੇ ਹੋ। ਹੁਣ ਸਵਾਲ ਇਹਦੇ ਨਾਲ ਫਿਰ ਵੀ ਬਹੁਤ ਸਾਰੇ ਹੋਰ ਨੇ ਕਿ ਨਸ਼ਾ ਖਾਣ ਲਈ ਤੁਸੀਂ ਫੀਮ ਜੇ ਰੱਖਦੇ ਆ ਕੋਲ ਤੇ ਆਊਗੀ ਕਿੱਥੋਂ? ਕਿਤੇ ਨਾ ਕਿਤੇ ਤਾਂ ਜਿਹੜਾ ਇਲੀਗਲ ਸਾਰਾ ਕੁਝ ਚੱਲ ਰਿਹਾ ਨਾ, ਪਰ ਸਰਕਾਰ ਯਤਨ ਕਰ ਰਹੀ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਕੰਟਰੋਲ ਕੀਤਾ ਜਾਵੇ। ਉਹਨਾਂ ਦੇ ਕਾਬੂ ਆ ਨਹੀਂ ਰਿਹਾ। ਹੁਣ ਇਹ ਇੱਕ ਸਟ੍ਰੈਟਜੀ ਜਿਹੜੀ ਬਹੁਤ ਮਾਹਰ ਲੋਕਾਂ ਨੇ ਬੈਠ ਕੇ ਬਣਾਈ ਆ ਕਿ ਇਹਦੇ ਨਾਲ ਇਹਨੂੰ ਜਿਹੜੀ ਇਲੀਗਲ ਡਰੱਗਸ ਨੇ ਉਹਨਾਂ ਨੂੰ ਰੋਕਿਆ ਜਾ ਸਕਦਾ ਤੇ ਸਿੱਧਾ ਟਾਰਗੇਟ ਕੀਤਾ ਜਾ ਸਕਦਾ ਜਿਹੜੇ ਲੋਕ ਇਹਦੇ ਵਿੱਚ ਇਨਵੋਲਵ ਨੇ, ਨਾ ਕਿ ਉਹਨਾਂ ਨੂੰ ਜਿਹੜੇ ਲੋਕ ਇਹਨੂੰ ਯੂਜ਼ ਕਰ ਰਹੇ ਆ। ਤੁਹਾਨੂੰ ਵੀ ਪਤਾ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਸੇਫ ਸਾਈਟਸ ਵੀ ਬਣੀਆਂ ਆ ਜਿੱਥੇ ਨਸ਼ਾ ਕਰਨ ਵਾਲਿਆਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਕਿਤੇ ਹੋਰ ਸਟਰੀਟ ਦੇ ਉੱਤੇ ਜਾਂ ਇੱਧਰ ਉੱਧਰ ਨਸ਼ਾ ਕਰਨ ਦੀ ਬਜਾਏ ਇੱਥੇ ਆ ਕੇ ਨਸ਼ਾ ਕਰ ਲਓ, ਇੱਥੇ ਬੈਠ ਕੇ ਨਸ਼ਾ ਕਰ ਲਓ। ਤੇ ਕਿਉਂਕਿ ਉੱਥੇ ਤੁਸੀਂ ਆਬਜ਼ਰਵੇਸ਼ਨ ਦੇ ਅੰਡਰ ਰਹੋਗੇ, ਜੇ ਕਿਤੇ ਵੱਧ ਘੱਟ ਤੁਹਾਨੂੰ ਹੋ ਜਾਂਦੀ ਤੇ ਚੱਕ ਕੇ ਹਸਪਤਾਲ ਲੈ ਜਾਣਗੇ, ਤੁਹਾਡਾ ਬਚਾਅ ਹੋ ਜਾਊਗਾ। ਨਹੀਂ ਤਾਂ ਤੁਸੀਂ ਜੇ ਕਿਤੇ ਹੋਰ ਨਸ਼ਾ ਕਰਦੇ ਆ ਤਾਂ ਉਹਦੇ ਨਾਲ ਤੁਹਾਡੀ ਮੌਤ ਹੋ ਸਕਦੀ ਆ। ਇਹ ਇੱਥੇ ਦੇ ਕਾਨੂੰਨ ਹੈਗੇ ਆ। ਹੁਣ ਇਸ ਗੱਲ ਦੀ ਆਲੋਚਨਾ ਵੀ ਬਹੁਤ ਹੋ ਰਹੀ ਹੈ, ਬਹੁਤ ਸਾਰੇ ਲੋਕ ਇਹਦੀ ਆਲੋਚਨਾ ਕਰ ਰਹੇ ਆ ਵੀ ਇਹਦਾ ਕੀ ਮਤਲਬ ਤੁਸੀਂ ਕਾਨੂੰਨ ਨੂੰ ਹੀ ਢਿੱਲਾ ਕਰ ਦਿਓ। ਤੇ ਹੁਣ ਗੱਲਬਾਤ ਅੱਗੇ ਇਹ ਤੁਰਦੀ ਆ ਵੀ ਬ੍ਰਿਟਿਸ਼ ਕੋਲੰਬੀਆ ਪਹਿਲਾ ਜੂਰਿਸਡਿਕਸ਼ਨ ਆ, ਪਹਿਲਾ ਇੱਕ ਉਹ ਥਾਂ ਆ ਜਿੱਥੇ ਇਹ ਚੀਜ਼ ਨੂੰ ਮਾਨਤਾ ਦਿੱਤੀ ਗਈ ਜਾਂ ਆਗਿਆ ਦਿੱਤੀ ਗਈ ਹੈ, ਭਾਵੇਂ ਵਕਤੀ ਤੌਰ ਦੇ ਉੱਤੇ ਆ। ਇਹਦੇ ਬਾਰੇ ਆਪਾਂ ਬਾਅਦ ਦੇ ਵਿੱਚ ਜਾ ਕੇ ਗੱਲਬਾਤ ਕਰਦੇ। ਪਰ ਇਹਦੇ ਨਾਲ ਸਵਾਲ ਹੁਣ ਇਹ ਪੈਦਾ ਸ਼ੁਰੂ ਹੋ ਗਿਆ ਕਿ ਅੱਜ BC ਦੇ ਵਿੱਚ ਹੋਈ ਆ, ਕੱਲ੍ਹ ਅਲਬਰਟਾ ਦੇ ਵਿੱਚ ਹੋਊਗੀ, ਪਰਸੋਂ ਓਨਟਾਰੀਓ ਦੇ ਵਿੱਚ ਹੋਊਗੀ। ਕੀ ਪੂਰੇ ਕੈਨੇਡਾ ਦੇ ਵਿੱਚ ਹੀ ਤੁਸੀਂ ਨਸ਼ੇ ਨੂੰ ਲੀਗਲ ਕਰ ਦਿਓਗੇ? ਲੀਗਲ ਕਰ ਦੇਣ ਦਾ ਮਤਲਬ ਕਿ ਜੇ ਕੋਈ ਬੰਦਾ ਖਾਣ ਪੀਣ ਦੇ ਲਈ ਰੱਖ ਲਾ ਤੇ ਉਹਨੂੰ ਛੱਡ ਦਿਓਗੇ? ਇਹਦੇ ਬਾਰੇ ਅੱਜ ਜਿਹੜੀ ਸੂਚਨਾ ਇਹ ਆਈ ਆ ਕਿ ਇਹ ਜਿਹੜੀ ਟਰੂਡੋ ਗਵਰਨਮੈਂਟ ਆ ਉਹਨਾਂ ਨੇ ਇਹ ਦੱਸਿਆ ਕਿ ਉਹ ਇਹਨੂੰ ਐਕਸਪੈਂਡ ਨਹੀਂ ਕਰ ਰਿਹਾ। ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਅੱਜ BC ਨੂੰ ਅਲਾਓ ਕਰ ਦਿੱਤਾ ਤੇ ਕੱਲ੍ਹ ਨੂੰ ਅਸੀਂ ਬਾਕੀ ਸੂਬਿਆਂ ਨੂੰ ਵੀ ਇਹਦੀ ਆਗਿਆ ਦੇ ਦਿੱਤੇ ਹੋ। ਇਸ ਬਾਰੇ ਉਹਨਾਂ ਨੇ ਬਹੁਤ ਸਪਸ਼ਟ ਅੱਜ ਗੱਲਬਾਤ ਕੀਤੀ ਔਰ ਕੱਲ੍ਹ ਦੀ ਇਹ ਗੱਲਬਾਤ ਲਗਾਤਾਰ ਚੱਲ ਰਹੀ ਆ। ਕੱਲ੍ਹ ਮੰਗਲਵਾਰ ਨੂੰ ਜਦੋਂ ਇਹ ਅਸਲ 'ਚ ਲੀਗਲ ਨਹੀਂ ਇਹਨੂੰ ਕੀਤਾ ਗਿਆ, ਇੱਕ ਐਗਜ਼ੰਪਸ਼ਨ ਆ, ਐਗਜ਼ੈਂਪਟ ਕੀਤਾ ਗਿਆ ਪ੍ਰੋਵਿੰਸ ਨੂੰ ਇਸ ਮਾਮਲੇ ਦੇ ਵਿੱਚ ਕਿ ਤੁਸੀਂ ਇਹ ਡਰੱਗ ਜਿਹੜੀ ਕੁਛ ਸਮੇਂ ਦੇ ਲਈ ਉਹਦੇ ਵੀ ਸਮਾਂ ਦਿੱਤਾ ਉਹਨਾਂ ਨੇ ਕਿ ਇੰਨੇ ਸਮੇਂ ਤੋਂ ਲੈ ਕੇ ਇੰਨੇ ਸਮੇਂ ਤੱਕ ਤੁਸੀਂ ਅਗਲੇ ਸਾਲ ਦੇ ਸ਼ੁਰੂ ਤੋਂ ਹੋਣੀ 1 ਜਨਵਰੀ 2023 ਤੋਂ ਇਹ ਸ਼ੁਰੂ ਹੋਣੀ ਆ ਕਿ ਉਦੋਂ ਤੋਂ ਲੈ ਕੇ ਅੱਗੇ ਤੱਕ ਇਹ ਤੁਸੀਂ 3 ਸਾਲ ਦੇ ਲਈ ਛੋਟ ਦਿੱਤੀ ਗਈ ਹੈ ਵੀ ਇਹਨੂੰ ਜਿੰਨਾ ਚਿਰ ਤੁਸੀਂ ਸਮੱਸਿਆ ਹੱਲ ਨਹੀਂ ਹੁੰਦੀ ਉਹਨਾਂ ਚਿਰ ਰੱਖ ਸਕਦੇ ਹੋ। ਹੁਣ ਜਦੋਂ ਮਾਮਲਾ ਇਹ ਆਉਂਦਾ ਕਿ ਕੀ ਇਹਨੂੰ ਬਾਕੀ ਥਾਵਾਂ ਦੇ ਉੱਤੇ ਵੀ ਇਸ ਤਰ੍ਹਾਂ ਲੀਗਲ ਕਰ ਦਿੱਤਾ ਜਾਊਗਾ ਤਾਂ ਇਸ ਸਟੇਜ ਦੇ ਉੱਤੇ ਦੱਸਦੇ ਆ ਕਿ ਇਹ ਬਹੁਤ ਵੱਡਾ ਡਿਸਕਸ਼ਨ ਦਾ ਮੁੱਦਾ ਆ ਜਿਹੜਾ ਕਿ ਇਹਨੂੰ ਡਰੱਗ ਨੂੰ ਡੀਕ੍ਰਿਮੀਨਲਾਈਜ਼ ਕਰ ਦੇਣਾ ਚਾਹੀਦਾ ਜਾਂ ਨਹੀਂ ਕਰ ਦੇਣਾ ਚਾਹੀਦਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੇ ਖਾਸ ਤੌਰ 'ਤੇ ਇਹਦੇ ਉੱਤੇ ਦੇਖਿਆ ਕਿ ਉਹ ਅਜੇ ਵੀ ਕੰਮ ਕਰਨ ਦੇ ਲਈ ਤਿਆਰ ਨੇ ਬਾਕੀ ਥਾਵਾਂ ਦੇ ਉੱਤੇ ਜਿਵੇਂ ਕਿ ਐਡਮਿੰਟਨ ਤੇ ਟੋਰਾਂਟੋ ਦੇ ਨਾਲ। ਹੁਣ ਹੈ ਕਿ ਕੋਈ ਵੀ ਪ੍ਰੋਵਿੰਸ ਜਾਂ ਕੋਈ ਵੀ ਜਿਹੜਾ ਇੱਕ ਜੂਰਿਸਡਿਕਸ਼ਨ ਆ ਉਹ ਅਪਲਾਈ ਕਰਦੀ ਹੈ ਇਸ ਚੀਜ਼ ਦੇ ਲਈ। BC ਸਰਕਾਰ ਨੇ ਵੀ ਅਪਲਾਈ ਕੀਤਾ ਸੀ ਕਿ ਸਾਨੂੰ ਇਹ ਛੋਟ ਦਿੱਤੀ ਜਾਵੇ। ਇਹਨਾਂ ਦੀਆਂ ਕੁਝ ਹੋਰ ਮੰਗਾਂ ਸੀਗੀਆਂ ਪਰ ਉਹਦੇ ਵਿੱਚ ਸਰਕਾਰ ਨੇ ਇਹ ਕਹਿ ਦਿੱਤਾ ਕਿ ਤੁਸੀਂ ਇੱਥੇ ਤੱਕ ਰੱਖ ਸਕਦੇ ਹੋ। ਬਾਕੀ ਜਿਹੜੇ ਪ੍ਰੋਵਿੰਸਿਸ ਨੇ ਜਾਂ ਬਾਕੀ ਐਡਮਿੰਟਨ ਜਾਂ ਟੋਰਾਂਟੋ ਉਹ ਵੀ ਇਸ ਗੱਲ ਦੀ ਮੰਗ ਕਰ ਰਹੇ ਆ। ਇਹ ਗੱਲ ਬੜੀ ਚੰਗੀ ਤਰ੍ਹਾਂ ਸਾਰੇ ਲੋਕ ਜਾਣਦੇ ਆ। ਤੇ ਹੁਣ ਸਰਕਾਰ ਇਹ ਕਹਿ ਰਹੀ ਆ ਕਿ ਅਸੀਂ ਵਿਦਆਊਟ ਪ੍ਰੋਪਰ ਸਿਸਟਮ ਇਹਨੂੰ ਅਲਾਓ ਨਹੀਂ ਕਰ ਸਕਦੇ। ਇੱਕ ਪ੍ਰੋਵਿੰਸ ਦੇ ਵਿੱਚ ਪੂਰੇ ਦਾ ਪੂਰਾ ਕੋਈ ਸਿਸਟਮ ਹੋਣਾ ਚਾਹੀਦਾ ਜਿਹਦੇ ਨਾਲ ਉਹ ਇਹਨੂੰ ਸਾਰੇ ਨੂੰ ਵਰਕਆਊਟ ਕਰਦੇ ਆ ਤਾਂ ਜਾ ਕੇ ਉਹਨੂੰ ਅਲਾਓ ਕਰ ਸਕਦੇ। ਸਿਰਫ ਇਸ ਗੱਲ ਕਰਕੇ ਵੀ ਫਲਾਣੇ ਸ਼ਹਿਰ ਨੇ ਵੀ ਮੰਗ ਲਈ ਤੇ ਉਸ ਸ਼ਹਿਰ ਨੇ ਵੀ ਮੰਗ ਲਈ ਉਹ ਅਲਾਓ ਕਰ ਦੇਣਗੇ, ਇੱਦਾਂ ਨਹੀਂ ਹੋ ਸਕਦਾ। ਉਹ ਕਹਿੰਦੇ ਅਸੀਂ ਇੱਕ ਸੋਲੂਸ਼ਨ, ਇੱਕ ਪੂਰੀ ਜਿਹੜੀ ਰੈਪ ਅਪ ਅਪਰੋਚ ਆ ਉਹ ਲੈ ਕੇ ਚੱਲ ਰਹੇ ਆ ਤੇ ਬਿਨਾਂ ਸਿਸਟਮ ਤੋਂ ਤੇ ਜਿਹੜੀ ਇਹਨਾਂ ਜਿਹੜੀ ਸਪੋਰਟ ਆ ਇਹਦੇ ਤੋਂ ਬਿਨਾਂ ਅਸੀਂ ਇਹਦੇ ਉੱਤੇ ਇਹ ਐਗਜ਼ੰਪਸ਼ਨ ਬਾਕੀ ਥਾਵਾਂ ਨੂੰ ਨਹੀਂ ਦੇ ਸਕਦੇ। ਇਹ ਅੱਜ ਖਾਸ ਤੌਰ ਦੇ ਉੱਤੇ ਜਿਹੜੀ ਖਬਰ ਸਾਡੇ ਸਾਹਮਣੇ ਆਈ ਆ ਕਿ ਹੋਰ ਵੀ ਬਹੁਤ ਕੁਛ ਇਹਦੇ ਲਈ ਕਰਨਾ ਪਊਗਾ। ਹਾਲਾਂਕਿ ਦੂਜੇ ਲੋਕ ਜਿਹੜੇ ਉਹਦੀ ਆਲੋਚਨਾ ਵੀ ਕਰ ਰਹੇ ਆ ਕਿ ਇਹਦੇ ਨਾਲ ਕੋਈ ਬਹੁਤ ਵੱਡਾ ਅਸਰ ਨਹੀਂ ਪੈਣਾ, ਪਰ ਫਿਰ ਵੀ ਇੱਕ ਬਹੁਤ ਚੰਗਾ ਸਟੈਪ ਇਸ ਮਾਮਲੇ ਦੇ ਵਿੱਚ ਇਹ ਦੱਸਿਆ ਜਾ ਰਿਹਾ ਆ ਤੇ ਜਿਹਦੇ ਵਿੱਚ ਐਗਜ਼ੰਪਟ ਕੀਤਾ ਗਿਆ ਬ੍ਰਿਟਿਸ਼ ਕੋਲੰਬੀਆ ਨੂੰ ਕਿ 2.5 ਗ੍ਰਾਮ 2.5 ਗ੍ਰਾਮ ਡਰੱਗ ਡੀਕ੍ਰਿਮੀਨਲਾਈਜ਼ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੀਤੀ ਗਈ ਆ। ਇਹ ਕੋਈ ਵੀ 18 ਸਾਲ ਦਾ ਵਿਅਕਤੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਪਣੇ ਪਰਸਨਲ ਪੋਜੈਸ਼ਨ ਦੇ ਵਿੱਚ 2.5 ਗ੍ਰਾਮ ਤੱਕ ਓਪੀਓਡ, ਕੋਕੇਨ, ਮੈਥਾਫੈਂਟਾਮੀਨ ਤੇ MDMA ਇਹ ਰੱਖ ਸਕਦਾ ਆ। ਕਿਉਂਕਿ ਪੂਰੇ ਕੈਨੇਡਾ ਦੇ ਵਿੱਚ ਹੀ ਇਹ ਬਹੁਤ ਵੱਡਾ ਸੰਕਟ ਆ ਇਸ ਵੇਲੇ ਓਵਰਡੋਜ਼ ਦਾ।
ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਦੇ ਤੋਂ ਵੀ ਜ਼ਿਆਦਾ ਆ। ਹੁਣ ਇਹਦੇ ਪਿੱਛੇ ਸਰਕਾਰ ਦਾ ਮਨਸ਼ਾ ਕੀ ਹੈ, ਸਰਕਾਰ ਕਰਨੀ ਕੀ ਚਾਹੁੰਦੀ ਹੈ। ਦੂਜੀ ਗੱਲ ਇੱਥੇ ਆ ਕਿ 31 ਜਨਵਰੀ, ਮੈਂ ਮਾਫੀ ਚਾਹੁੰਦਾ ਪਹਿਲਾਂ 1 ਜਨਵਰੀ ਦੀ, 31 ਜਨਵਰੀ 2023 ਤੋਂ ਲੈ ਕੇ ਇਹ ਸ਼ੁਰੂ ਹੋਣਾ ਆ ਤੇ 31 ਜਨਵਰੀ 2026 ਤੱਕ ਇਹ ਐਗਜ਼ੰਪਸ਼ਨ ਦਿੱਤੀ ਗਈ ਹੈ। ਹੈਲਥ ਕੈਨੇਡਾ ਨੇ ਇਹ ਐਗਜ਼ੰਪਸ਼ਨ 31 ਜਨਵਰੀ 2023 ਯਾਨੀ ਕਿ ਅਗਲੇ ਸਾਲ 31 ਜਨਵਰੀ ਤੋਂ ਸ਼ੁਰੂ ਹੋਣੀ ਆ ਤੇ 2023 31 ਜਨਵਰੀ ਤੱਕ ਇਹ ਰਹਿਣੀ ਆ, 3 ਸਾਲਾਂ ਦੇ ਲਈ। ਸਮੱਸਿਆ ਕਿੱਥੇ ਆ ਰਹੀ ਆ ਕਿ ਕੈਨੇਡਾ ਦੇ ਵਿੱਚ ਓਵਰਡੋਜ਼ ਦੇ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 5-7 ਬੰਦੇ ਰੋਜ਼ ਜ਼ਿਆਦਾ ਨਸ਼ਾ ਕਰਕੇ ਮਰ ਜਾਂਦੇ ਆ, ਜਿਹੜੀ ਇੱਕ ਬਹੁਤ ਵੱਡੀ ਜਿਹੜੀ ਇੱਕ ਗਿਣਤੀ ਆ। ਦੂਜੀ ਗੱਲ ਇਹਦੇ ਨਾਲ ਇਹ ਵੀ ਆ ਕਿ ਇਹ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। 2016 ਦੇ ਵਿੱਚ ਇੱਕ ਬਹੁਤ ਵੱਡਾ ਸੰਕਟ ਪੈਦਾ ਹੋਇਆ ਸੀ। ਸਰਕਾਰ ਨੂੰ ਲੱਗਿਆ ਸੀ ਕਿ ਇਸ ਵੇਲੇ ਡਰੱਗ ਓਵਰਡੋਜ਼ ਦੇ ਨਾਲ ਲੋਕਾਂ ਦੇ ਮਰਨ ਦੀ ਗਿਣਤੀ ਇੰਨੀ ਵੱਧ ਗਈ ਆ ਤੇ ਉਹਨਾਂ ਨੇ ਅਨਾਉਂਸ ਕਰ ਦਿੱਤਾ ਸੀ ਕਿ ਅਸੀਂ ਜਿਹੜੀ ਹੈਲਥ ਐਮਰਜੈਂਸੀ ਅਨਾਉਂਸ ਕਰ ਦਿੱਤੀ ਸੀ। ਜਿੱਦਾਂ ਕੋਵਿਡ ਹੋਇਆ ਸੀ, ਕੋਵਿਡ ਤੋਂ ਪਹਿਲਾਂ ਹੈਲਥ ਐਮਰਜੈਂਸੀ ਅਨਾਉਂਸ ਕੀਤੀ ਗਈ ਸੀ, ਇਸੇ ਤਰ੍ਹਾਂ ਹੀ ਇਹ ਡਰੱਗ ਓਵਰਡੋਜ਼ ਦੇ ਨਾਲ ਮੌਤਾਂ ਨੂੰ ਲੈ ਕੇ 2016 ਤੋਂ ਲਗਾਤਾਰ ਜਿਹੜੀ ਇਹ ਐਮਰਜੈਂਸੀ ਹੈਲਥ ਐਮਰਜੈਂਸੀ ਆ ਇਹ ਇੱਥੇ ਲੱਗੀ ਆ ਤੇ ਉਹਦੇ ਬਾਰੇ ਬਹੁਤੇ ਲੋਕਾਂ ਨੂੰ ਪਤਾ ਵੀ ਨਹੀਂ ਹੈ ਕਿ ਕਿੰਨੀ ਕੁ ਖਤਰਨਾਕ ਬਿਮਾਰੀ ਤੇ ਕਿੰਨੇ ਕੁ ਖਤਰਨਾਕ ਦੌਰ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ। ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ 3 ਸਾਲਾਂ ਦੇ ਲਈ ਐਗਜ਼ੰਪਸ਼ਨ ਦੇ ਦਿੱਤੀ ਆ ਕਿ ਜੇ ਨਹੀਂ ਰੁਕ ਰਹੀ, ਤੁਸੀਂ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਡੀਕ੍ਰਿਮੀਨਲਾਈਜ਼ ਕਰਕੇ ਖਾਣ ਪੀਣ ਦੀ ਲੋਕਾਂ ਨੂੰ ਅਲਾਓ ਕਰਕੇ ਇਹਨੂੰ ਰੋਕ ਕੇ ਦੇਖ ਲਓ। ਉਹਦੇ ਤੋਂ ਬਾਅਦ ਫਿਰ ਅਗਲਾ ਜਿਹੜਾ ਪਲਾਨ ਬਣਾਇਆ ਜਾਊਗਾ। ਹੋ ਕੀ ਰਿਹਾ ਅਸਲ ਦੇ ਵਿੱਚ, ਪਹਿਲਾਂ ਜਿਹੜਾ ਨਸ਼ਾ ਹੁੰਦਾ ਸੀ ਉਹ ਨਸ਼ਾ ਵਧਾ ਕੇ ਦਿੰਦਾ ਸੀ। ਜਿਹੜਾ ਨਸ਼ਾ ਵੇਚਣ ਵਾਲਾ ਸੀ ਉਹਦਾ ਹੁੰਦਾ ਸੀ ਮਿਲਾਵਟ ਕਰਕੇ ਮੈਂ ਨਸ਼ਾ ਦੇ ਦੇਵਾਂ, ਵੀ ਉਹਨੂੰ ਵਧਾ ਕੇ ਕਿਸੇ ਤਰ੍ਹਾਂ ਉਹਦੀ ਕੁਆਂਟੀਟੀ ਵਧਾ ਲਈ ਜਾਂਦੀ ਸੀ। ਹੁਣ ਕੀ ਕਰਦੇ ਆ ਜਿਹੜੇ ਨਸ਼ੇ ਵੇਚਣ ਵਾਲੇ, ਹੈ ਇਲੀਗਲ ਆ, ਹਰ ਥਾਵਾਂ ਦੇ ਉੱਤੇ ਇਹ ਵਿਕ ਰਿਹਾ ਆ, ਇਲੀਗਲ ਆ, ਵਿਕ ਰਿਹਾ ਆ। ਸਰਕਾਰ ਨੂੰ ਪਤਾ ਆ, ਸਰਕਾਰ ਇਹਨੂੰ ਰੋਕਣ ਦਾ ਯਤਨ ਕਰ ਰਹੀ ਆ। ਯਤਨ ਕਿਸ ਤਰੀਕੇ ਦੇ ਨਾਲ ਕਰ ਰਹੀ ਆ ਕਿ ਜਿਹੜਾ ਨਸ਼ਾ ਮਿਲਦਾ ਆ, ਇਹ ਨਸ਼ਾ ਵੇਚਣ ਵਾਲੇ ਉਹਨੂੰ ਜ਼ਿਆਦਾ ਤੇਜ਼ ਕਰਕੇ ਵੇਚਦੇ ਆ, ਜਿਹਦੇ ਵਿੱਚ ਕਿ ਉਹ ਬੜੀਆਂ ਖਤਰਨਾਕ ਮੈਥਾਫੈਂਟਾਮੀਨ ਜਾਂ ਹੋਰ ਜਿਹੜੀਆਂ ਚੀਜ਼ਾਂ ਆ ਉਹ ਉਹਦੇ ਵਿੱਚ ਜਿਹੜੀ ਪਾ ਰਹੇ ਆ ਤੇ ਜਿਹਦੇ ਨਾਲ ਉਹਦਾ ਨਸ਼ਾ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਜ਼ਿਆਦਾ ਨਸ਼ਾ ਹੁੰਦਾ ਤੇ ਅਗਲੀ ਵਾਰੀ ਉਹਦੇ ਕੋਲੋਂ ਲੈਂਦਾ ਵੀ ਉਹਦਾ ਨਸ਼ਾ ਜਿਹੜਾ ਬਹੁਤ ਵਧੀਆ ਸੀ ਉਹਦੇ ਕੋਲੋਂ ਆਪਾਂ ਨਸ਼ਾ ਲੈਂਦੇ ਆ। ਹੁਣ ਜਿਹੜਾ ਨਸ਼ਾ ਮਿਲਾਵਟ ਕਰਨ ਵਾਲਾ ਹੈ ਉਹਦੀ ਡਿਗਰੀ ਨੂੰ ਜਾਂ ਉਹਦੀ ਡੋਜ਼ ਨੂੰ ਵਧਾਉਣ ਦੇ ਲਈ ਉਹਦੇ ਵਿੱਚ ਪਾ ਰਿਹਾ ਆ, ਉਹ ਕਿੰਨੀ ਪਾ ਦਿੰਦਾ ਉਹਦੇ ਕੋਲੇ ਕੋਈ ਹਿਸਾਬ ਨਹੀਂ। ਤੇ ਕਈ ਵਾਰੀ ਉਹ ਇੰਨੀ ਜ਼ਿਆਦਾ ਪੈ ਜਾਂਦੀ ਆ ਕਿ ਉਹਨੂੰ ਪਾਉਣ ਵਾਲੇ ਨੂੰ ਪਤਾ ਨਹੀਂ ਹੁੰਦਾ ਮੈਂ ਇਹਨੂੰ ਕਿੰਨਾ ਤੇਜ਼ ਕਰ ਦਿੱਤਾ, ਤੇ ਜਿਹੜਾ ਖਾਣ ਵਾਲਾ ਆ ਉਹਨੂੰ ਵੀ ਨਹੀਂ ਪਤਾ ਹੁੰਦਾ ਕਿਉਂਕਿ ਉਹ ਰੋਜ਼ ਉਨੀ ਕੀ ਅਮਾਊਂਟ ਹੀ ਲੈ ਰਿਹਾ ਆ, ਪਰ ਉਹ ਤੇਜ਼ ਇੰਨੀ ਹੈਗੀ ਆ ਕਿ ਉਹ ਉਹਦੀ ਜਾਨ ਦਾ ਖੌਫ ਬਣ ਜਾਂਦੀ ਹੈ ਤੇ ਜਿਹਦੇ ਨਾਲ 5-7 ਬੰਦੇ ਇਸ ਤਰੀਕੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੋਜ਼ ਮਰ ਰਹੇ ਆ। ਉਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਸਰਕਾਰ ਯਤਨ ਕਰ ਰਹੀ ਆ, ਜਿਹਦੇ ਤਹਿਤ ਇਹਨੂੰ ਡੀਕ੍ਰਿਮੀਨਲਾਈਜ਼ ਕੀਤਾ ਗਿਆ। ਪਰ ਅੱਜ ਜਿਹੜੀ ਸੂਚਨਾ ਇਹ ਆਈ ਆ ਕਿ ਇਹਦਾ ਮਤਲਬ ਇਹ ਨਹੀਂ ਇਹਨੂੰ ਡੀਕ੍ਰਿਮੀਨਲਾਈਜ਼ ਬਾਕੀ ਥਾਵਾਂ ਦੇ ਉੱਤੇ ਵੀ ਇਸੇ ਤਰ੍ਹਾਂ ਕਰ ਦਿੱਤਾ ਜਾਊਗਾ। ਪੈਂਡੈਮਿਕ ਨੇ ਸਾਰੀ ਦੁਨੀਆ ਨੂੰ ਪਰੇਸ਼ਾਨ ਕੀਤਾ ਤੇ ਲੋਕ ਬਹੁਤ ਬੇਸਬਰੀ ਦੇ ਨਾਲ ਵੈਕਸੀਨ ਦੀ ਉਡੀਕ ਕਰ ਰਹੇ ਸੀ। ਫਿਰ ਵੈਕਸੀਨ ਆ ਗਈ, ਵੈਕਸੀਨ ਲੱਗਣੀ ਸ਼ੁਰੂ ਹੋ ਗਈ ਤੇ ਵੈਕਸੀਨ ਨੇ ਫਿਰ ਇਹ ਕੋਵਿਡ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ। ਕੋਵਿਡ ਹਟ ਗਿਆ, ਵੈਕਸੀਨ ਲੋਕਾਂ ਨੂੰ ਲੱਗ ਗਈ, ਹਾਲਾਤ ਠੀਕ ਹੋ ਗਏ। ਪਰ ਇਹ ਸਾਰੇ ਕੁਝ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਸਾਰੀਆਂ ਕਨਸਪੀਰੇਸੀ ਥਿਊਰੀਜ਼ ਵੀ ਆਈਆਂ। ਬਹੁਤ ਸਾਰੇ ਲੋਕ ਵੈਕਸੀਨ ਦਾ ਵਿਰੋਧ ਕਰਨ ਵਾਲੇ ਵੀ ਸੀਗੇ। ਉਹਨਾਂ ਦੇ ਕੋਲ ਲੌਜਿਕ ਇਹ ਸੀ ਕਿ ਵੈਕਸੀਨ ਦੇ ਨਾਲ ਨੁਕਸਾਨ ਹੁੰਦਾ, ਵੈਕਸੀਨ ਦੇ ਨਾਲ ਲੰਬਾ ਨੁਕਸਾਨ ਹੁੰਦਾ, ਇਹ ਤੋਂ ਬਚਣਾ ਚਾਹੀਦਾ। ਇਹ ਅਫਵਾਹਾਂ ਸੀ, ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਸੀ। ਪਰ ਇਸ ਗੱਲ ਦੇ ਵਿੱਚ ਵੀ ਸੱਚਾਈ ਸੀ ਕਿ ਇੱਕ ਬਹੁਤ ਥੋੜ੍ਹੀ ਜਿਹੀ ਗਿਣਤੀ ਦੇ ਉੱਤੇ ਇਹਦਾ ਨੁਕਸਾਨ ਹੋਇਆ ਵੀ ਵੈਕਸੀਨ ਨੇ ਉਲਟਾ ਅਸਰ ਕੀਤਾ ਵੀ। ਉਹ ਜਿਹਨਾਂ ਲੋਕਾਂ ਦੇ ਉੱਤੇ ਉਲਟਾ ਅਸਰ ਕੀਤਾ, ਕੁਛ ਲੋਕਾਂ ਦੇ ਤਾਂ ਇਹ ਫਿਰ ਕੀਤਾ ਗਿਆ ਵੀ ਕੀ ਇਹ ਵੈਕਸੀਨ ਦੇ ਨਾਲ ਹੀ ਬਿਮਾਰ ਹੋਏ, ਜਿਹਨਾਂ ਨੂੰ ਸਾਈਡ ਇਫੈਕਟ ਹੋਇਆ ਜਾਂ ਕੋਈ ਹੋਰ ਗੱਲਬਾਤ ਸੀਗੀ। ਇੱਕ ਬੰਦਾ ਹੋ ਸਕਦਾ ਵੈਸੇ ਬਿਮਾਰ ਹੋ ਗਿਆ ਜਾਂ ਉਹਨੂੰ ਕੋਈ ਇੱਦਾਂ ਦਾ ਸਾਈਡ ਇਫੈਕਟ ਹੋ ਗਿਆ, ਪਰ ਬਾਈ ਚਾਂਸ ਉਹਨੇ ਵੈਕਸੀਨ ਲਵਾਈ ਸੀ ਤਾਂ ਉਹਨੂੰ ਵੈਕਸੀਨ ਨਾਲ ਜੋੜ ਦਿੱਤਾ ਗਿਆ। ਕੁਛ ਥਾਵਾਂ ਦੇ ਉੱਤੇ ਡਾਕਟਰਸ ਨੇ, ਸਾਇੰਟਿਸਟ ਨੇ ਇਹ ਗੱਲ ਲੱਭ ਕੇ ਕਹਿ ਦਿੱਤਾ ਕਿ ਹਾਂਜੀ ਇਸ ਵਿਅਕਤੀ ਨੂੰ ਇਸ ਵੈਕਸੀਨ ਦੇ ਨਾਲ ਹੀ ਇਹ ਪ੍ਰੋਬਲਮ ਆਈ ਆ। ਉਹਨਾਂ ਲੋਕਾਂ ਨੂੰ ਹੁਣ ਕੰਪਨਸੇਟ ਕੌਣ ਕਰੇ? ਇੱਕ ਬੰਦੇ ਨੇ ਵੈਕਸੀਨ ਲਵਾਈ, ਉਹਦੇ ਤੋਂ ਬਾਅਦ ਉਹ ਮੰਜੇ 'ਤੇ ਲੰਮਾ ਪੈ ਗਿਆ ਤੇ ਸਾਲ ਭਰ ਉਹ ਲੰਮਾ ਪਿਆ ਰਿਹਾ, ਉਹਦਾ ਜ਼ਿੰਮੇਵਾਰ ਕੌਣ ਆ? ਉਸ ਸੰਬੰਧ ਦੇ ਵਿੱਚ ਕੁਛ ਜਿਹੜੀਆਂ ਗੱਲਬਾਤਾਂ ਹੁਣ ਹੌਲੀ ਹੌਲੀ ਜਿੱਦਾਂ ਸਮਾਂ ਲੰਘ ਰਿਹਾ ਸਾਹਮਣੇ ਆ ਰਹੀਆਂ। ਰੋਜ਼ ਵਿਟਮੈਨ ਇੱਕ ਵਿਅਕਤੀ ਆ, ਉਹ ਜਿਹੜਾ ਇਹਦੇ ਨਾਲ ਪਾਰਸ਼ਲ ਪੈਰਾਲਾਈਜ਼ ਹੋ ਗਿਆ ਸੀ, ਜਿਹਦਾ ਅਧਰੰਗ ਵਾਂਗੂ ਉਹਨੂੰ ਇਸ ਵੈਕਸੀਨ ਦੇ ਨਾਲ ਇੱਕ ਸਮੱਸਿਆ ਆ ਗਈ ਸੀ। ਰੂਰਲ BC ਦੇ ਵਿੱਚ ਉਹ ਰਹਿੰਦਾ ਆ। ਹੁਣ ਉਹਨੂੰ ਇੱਕ ਜਿਹੜੀ ਇਹਦੀ ਕੰਪਨਸੇਸ਼ਨ ਆਈ ਆ, ਉਹਦਾ ਜਿਹੜਾ ਦਿੱਤਾ ਗਿਆ ਕਿ ਕਿਉਂਕਿ ਤੈਨੂੰ ਇਹ ਵੈਕਸੀਨ ਦੇ ਨਾਲ ਵਾਪਰਿਆ ਸੀ, ਇਸ ਕਰਕੇ ਅਸੀਂ ਤੈਨੂੰ ਇੰਨੀ ਮਨੀ ਦੇ ਰਹੇ ਹਾਂ ਤੇ ਕੰਪਨਸੇਟ ਕਰ ਰਹੇ ਹਾਂ। ਵੈਕਸੀਨ ਇੰਜਰੀ ਸਪੋਰਟ ਪ੍ਰੋਗਰਾਮ ਇੱਕ ਪ੍ਰੋਗਰਾਮ ਆ ਜਿਹਨੂੰ ਵੈਕਸੀਨ ਇੰਜਰੀ ਸਪੋਰਟ ਪ੍ਰੋਗਰਾਮ ਕਿਹਾ ਗਿਆ, ਕਿ ਜਿਹਦਾ ਮਤਲਬ ਇਹ ਆ ਕਿ ਕੋਈ ਇੱਦਾਂ ਦੀ ਕੰਡੀਸ਼ਨ ਜਿਹੜੀ ਕਿਸੇ ਵੈਕਸੀਨ ਦੇ ਨਾਲ ਹੋ ਗਈ ਆ ਤੇ ਉਹਦਾ ਫਿਰ ਹਰਜਾਨਾ। ਇਹ ਆਕਸਫੋਰਡ ਦੀ ਜਿਹੜੀ ਐਸਟਰਾਜ਼ੈਨੇਕਾ ਕੋਵਿਡ-19 ਵੈਕਸੀਨ ਸੀ ਉਹਦੇ ਨਾਲ ਵਾਪਰਿਆ ਸੀ ਤੇ ਜਿਹਦਾ ਹੁਣ ਹਰਜਾਨਾ ਉਹਨਾਂ ਨੂੰ ਇਹ ਦਿੱਤਾ ਗਿਆ। ਓਕਨਾਕਨ ਵੈਲੀ ਦੇ ਵਿੱਚ ਵਿਅਕਤੀ ਰਹਿੰਦਾ ਆ, ਪਹਿਲਾ ਇਹ ਵਿਅਕਤੀ ਆ ਜਿਹਨੂੰ ਇਹ ਕੰਪਨਸੇਸ਼ਨ ਆਈ ਆ ਤੇ ਪਹਿਲਾਂ ਇਹ ਪ੍ਰੋਗਰਾਮ ਹੀ ਹੈ ਨਹੀਂ ਸੀ ਬਹੁਤਾ। ਇੱਕ ਬਿਮਾਰੀ ਦੱਸੀ ਜਾ ਰਹੀ ਹੈ, GBS ਉਹਨੂੰ ਕਹਿੰਦੇ ਆ,
ਗੋਲੈਨ ਬੇਅਰ ਸਿੰਡਰਮ ਇੱਕ ਬਹੁਤ ਰੇਅਰ ਕੰਡੀਸ਼ਨ ਆ ਜਿਹੜੀ ਮਨੁੱਖ ਦੇ ਨਰਵਸ ਸਿਸਟਮ ਦੇ ਉੱਤੇ ਅਸਰ ਪਾਉਂਦੀ ਆ ਕਿ ਇਹ ਪਹਿਲੀ ਜਦੋਂ ਉਹਨੇ ਡੋਜ਼ ਲਈ ਸੀ ਵੈਕਸੀਨ ਦੀ ਉਸ ਡੋਜ਼ ਤੋਂ ਬਾਅਦ ਹੀ ਇਹਨੂੰ ਇਹ ਬਿਮਾਰੀ ਹੋ ਗਈ। ਮਤਲਬ ਉਹਦਾ ਆਪਣੇ ਅੰਗਾਂ ਪੈਰਾਂ ਦੇ ਉੱਤੇ ਕੰਟਰੋਲ ਹੀ ਨਹੀਂ ਰਿਹਾ। ਇੱਕ ਤਰੀਕੇ ਦੇ ਨਾਲ ਉਹਨੂੰ ਅਧਰੰਗ ਵਰਗਾ ਕੁਝ ਹੋ ਗਿਆ, ਉਹਦੇ ਮਸਲ ਕਮਜ਼ੋਰ ਹੋ ਗਏ ਤੇ ਇਹਦੇ ਨਾਲ ਕਹਿੰਦੇ ਮੌਤ ਵੀ ਹੋ ਸਕਦੀ ਆ। ਹੁਣ ਉਹਦਾ ਜੀਵਨ ਜਿਹੜਾ ਰੋਜ਼ਮਰਾ ਦੀ ਜ਼ਿੰਦਗੀ ਸੀ ਉਹ ਕਿੰਨੀ ਜ਼ਿਆਦਾ ਖਤਰਨਾਕ ਹੋਊਗੀ, ਕਿੱਦਾਂ ਉਹ ਆਪਣੇ ਕੰਮਕਾਰ ਕਰਦਾ ਸੀ। GBS ਡਾਇਗਨੋਜ਼ ਹੋਇਆ ਉਹਦਾ ਕੋਵਿਡ-19 ਵੈਕਸੀਨ ਤੋਂ ਬਾਅਦ, ਪਰ ਦੱਸਦੇ ਆ ਕਿ ਹੁੰਦਾ ਇਹ ਬਹੁਤ ਘੱਟ ਲੋਕਾਂ ਨੂੰ ਆ। ਇੱਕ ਬੰਦੇ ਨੂੰ 7 ਲੱਖ ਪਿੱਛੇ ਹੁੰਦਾ। 700,000 ਨੂੰ ਜੇ ਵੈਕਸੀਨ ਲੱਗੀ ਆ ਤਾਂ ਉਹਦੇ ਵਿੱਚ ਇੱਕ ਵਿਅਕਤੀ ਨੂੰ ਚਾਂਸ ਆ ਕੇ ਹੋ ਜਾਣਗੇ। BC ਸੈਂਟਰ ਫॉर ਡਿਜ਼ੀਜ਼ ਕੰਟਰੋਲ ਤੇ ਹੈਲਥ ਕੈਨੇਡਾ ਇਸ ਗੱਲ ਦੀ ਪੁਸ਼ਟੀ ਕਰਦੇ, ਪਰ ਇਹ ਵਿਅਕਤੀ ਬਦਕਿਸਮਤੀ ਨਾਲ ਉਹਨਾਂ ਦੇ ਵਿੱਚ ਆ ਗਿਆ ਤੇ ਉਹਨੂੰ ਜਿਹੜੀਆਂ ਇਹ ਬਿਮਾਰੀ ਹੋ ਗਈ। 10 ਰਿਪੋਰਟਾਂ ਆਈਆਂ ਸੀ ਇਸ ਤਰ੍ਹਾਂ ਦੀਆਂ ਜਿਹਦੇ ਵਿੱਚ GBS ਦੇ ਨਾਲ ਹਸਪੀਟਲਾਈਜ਼ ਲੋਕਾਂ ਨੂੰ ਕੀਤਾ ਗਿਆ ਸੀ ਕੋਵਿਡ ਵੈਕਸੀਨ ਲੱਗਣ ਦੇ 30 ਦਿਨ ਦੇ ਵਿੱਚ ਦਸੰਬਰ 2020 ਤੋਂ ਲੈ ਕੇ ਜਦੋਂ ਦੀ ਇਹ ਵੈਕਸੀਨ ਲੱਗਣੀ ਸ਼ੁਰੂ ਹੋਈ ਹੈ। ਸੋ 10 ਜਣੇ ਸੀਗੇ, ਉਹਨਾਂ ਦੇ ਵਿੱਚੋਂ ਇੱਕ ਇਹ ਸੀ। ਹੁਣ ਇਹਨੂੰ ਦੱਸਦੇ ਆ ਕਿ ਇਹ ਜਿਹੜਾ ਕੰਪਨਸੇਸ਼ਨ ਆ ਇਹਨੂੰ ਦਿੱਤੀ ਗਈ ਆ। 4 ਰਿਪੋਰਟ ਆਈਆਂ ਸੀਗੀਆਂ ਐਸਟਰਾਜ਼ੈਨੇਕਾ ਵੈਕਸੀਨ ਦੇ ਨਾਲ, 5 ਆਈਆਂ ਸੀ ਫਾਈਜ਼ਰ ਬਾਇਓਨਟੈਕ ਦੇ ਨਾਲ ਤੇ ਇੱਕ ਜਿਹੜੀ ਮੋਡਰਨਾ ਵੈਕਸੀਨ ਦੇ ਨਾਲ ਇਹ ਰਿਪੋਰਟ ਆਈ ਸੀਗੀ। 11.7 ਮਿਲੀਅਨ ਡੋਜ਼ ਕੋਵਿਡ-19 ਵੈਕਸੀਨ ਦੀਆਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲਾਈਆਂ ਗਈਆਂ ਤੇ ਉਹਨਾਂ ਦੇ ਵਿੱਚੋਂ ਜੇਕਰ ਦੇਖਿਆ ਜਾਵੇ ਤਾਂ ਇਹ ਗਿਣਤੀ ਬਹੁਤ ਘੱਟ ਆ। ਪਰ ਜਿਹਨੂੰ ਵੀ ਇਹ ਹੋ ਗਈ ਬਿਮਾਰੀ ਉਹਨੂੰ ਹੁਣ ਕੰਪਨਸੇਟ ਕੀਤਾ ਜਾ ਰਿਹਾ ਤੇ ਇਹ ਪਹਿਲਾ ਵਿਅਕਤੀ ਆ ਜਿਹਦੇ ਵਿੱਚ ਜਿਹਨੂੰ ਕੰਪਨਸੇਟ ਕੀਤਾ ਜਾ ਰਿਹਾ ਤੇ 2,84,000 ਤੱਕ ਡਾਲਰ ਜਿਹੜਾ ਆ ਉਹਨੂੰ ਦਿੱਤਾ ਜਾ ਰਿਹਾ ਆ। ਇਹਦੇ ਵਿੱਚ ਇੱਥੇ ਤੱਕ ਮੈਕਸੀਮਮ ਪੇ ਆਊਟ ਇੱਥੇ ਤੱਕ ਕੀਤਾ ਜਾ ਸਕਦਾ 2,84,000 ਤੱਕ। ਤੇ ਇਸੇ ਤਰ੍ਹਾਂ ਜਿਹੜੀ ਇਨਕਮ ਰਿਪਲੇਸਮੈਂਟ ਆ 90,000 ਸਾਲ ਦੀ, ਉਹ ਵੀ ਉਹਦੇ ਲਈ ਵੀ ਇਹਦੇ ਵਿੱਚ ਐਲੀਜੀਬਲ ਹੋਇਆ ਜਾ ਸਕਦਾ। ਸੋ ਜਿੰਨਾ ਤੁਹਾਡਾ ਇਹਦੇ ਨਾਲ ਨੁਕਸਾਨ ਹੋਇਆ ਉਹਨੂੰ ਪੂਰਾ ਕਰਨ ਦੇ ਲਈ ਇਹ ਸਿਸਟਮ ਕੰਮ ਕਰਦਾ ਆ ਤੇ ਉਹ ਸਿਸਟਮ ਦੇ ਤਹਿਤ ਇਸ ਓਕਨਾਗਨ ਵੈਲੀ ਦੇ ਵਿੱਚ ਰਹਿੰਦੇ ਵਿਅਕਤੀ ਪਹਿਲਾ ਵਿਅਕਤੀ ਆ ਜਿਹਨੂੰ ਇਹ ਕੰਪਨਸੇਸ਼ਨ ਦਿੱਤੀ ਗਈ ਹੈ। ਕਿਉਂਕਿ ਪਹਿਲਾਂ ਇਸ ਕਿਸਮ ਦਾ ਜਿਹੜਾ ਸਪੋਰਟ ਸਿਸਟਮ ਸੀ ਉਹ ਵੀ ਇੱਥੇ ਨਹੀਂ ਸੀਗਾ, ਪਰ ਹੁਣ ਕਿਉਂਕਿ ਇੱਦਾਂ ਦੀਆਂ ਕੁਝ ਘਟਨਾਵਾਂ ਵਾਪਰੀਆਂ ਵੈਕਸੀਨ ਕੰਪਨਸੇਸ਼ਨ ਪੈਂਡੈਮਿਕ ਤੋਂ ਪਹਿਲਾਂ ਕੈਨੇਡਾ ਇੱਕੋ ਇੱਕ ਦੇਸ਼ ਉਹਨਾਂ G7 ਕੰਟਰੀਜ਼ ਦੇ ਵਿੱਚ ਸੀਗਾ ਜਿਹਦੇ ਕੋਲ ਵੈਕਸੀਨ ਇੰਜਰੀ ਕੰਪਨਸੇਸ਼ਨ ਪ੍ਰੋਗਰਾਮ ਹੈ ਨਹੀਂ ਸੀ। ਬਾਕੀ ਸਾਰਿਆਂ ਦੇ ਕੋਲ ਹੁੰਦਾ ਆ ਇਹ, ਪਰ ਕੈਨੇਡਾ ਦੇ ਵਿੱਚ ਹੈ ਨਹੀਂ ਸੀ। ਪਰ ਪੈਂਡੈਮਿਕ ਤੋਂ ਬਾਅਦ ਫਿਰ ਵੈਕਸੀਨ ਇੰਨੀ ਜ਼ਿਆਦਾ ਮਹੱਤਵਪੂਰਨ ਹੋ ਗਈ ਤੇ ਉਹਦੇ ਤੋਂ ਬਾਅਦ ਫਿਰ ਇਹ ਪ੍ਰੋਗਰਾਮ ਵੀ ਇੱਥੇ ਲਿਆਂਦਾ ਗਿਆ, ਜਿਹਦੇ ਤਹਿਤ ਹੁਣ ਜਿਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਕਿਤੇ ਨਾ ਕਿਤੇ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ ਉਹ ਜਿਹੜੇ ਆ ਉਹਨਾਂ ਨੂੰ ਇਸ ਵੇਲੇ ਕੰਪਨਸੇਸ਼ਨ ਦਿੱਤੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਇੱਕ ਵਰਚੁਅਲ ਕੈਸ਼ੀਅਰ ਦਾ ਮਾਮਲਾ ਸਾਹਮਣੇ ਆ ਰਿਹਾ। ਵਰਚੁਅਲ ਕੈਸ਼ੀਅਰ ਦਾ ਮਾਮਲਾ ਕੀ ਆ ਕਿ ਜਦੋਂ ਤੁਸੀਂ ਕਿਸੇ ਸਟੋਰ ਦੇ ਉੱਤੇ ਆਰਡਰ ਕਰਦੇ ਆ ਜਾ ਕੇ, ਮੰਨ ਲਓ ਤੁਸੀਂ ਕਿਸੇ ਰੈਸਟੋਰੈਂਟ ਦੇ ਵਿੱਚ ਫੂਡ ਖਾਧਾ ਤੇ ਉਹਦੇ ਬਾਅਦ ਤੁਸੀਂ ਬਿੱਲ ਦੇਣਾ, ਬਿੱਲ ਦੇਣ ਦੇ ਲਈ ਤੁਸੀਂ ਕਾਊਂਟਰ ਦੇ ਉੱਤੇ ਆ ਗਏ ਆ, ਕੈਸ਼ੀਅਰ ਉੱਥੇ ਹੈ ਨਹੀਂ ਗਾ। ਉੱਥੇ ਕੰਪਿਊਟਰ ਦੀ ਇੱਕ ਵੱਡੀ ਸਕਰੀਨ ਲੱਗੀ ਹੈ ਤੇ ਸਕਰੀਨ ਦੇ ਵਿੱਚ ਇੱਕ ਬੰਦਾ ਬੈਠਾ, ਬੰਦਾ ਮਤਲਬ ਉਹਦੇ ਉੱਤੇ ਆ ਰਿਹਾ ਹੈ ਜਿਹੜਾ ਕਿਤੇ ਹੋਰ ਬੈਠਾ ਆ। ਹੁਣ ਤੁਸੀਂ ਉਹਦੇ ਨਾਲ ਗੱਲਬਾਤ ਕਰਦੇ ਹੋ ਕਿ ਅਸੀਂ ਆ ਲਿਆ ਸਾਰਾ ਕੁਝ ਕੀਤਾ ਤੇ ਉਹ ਤੁਹਾਡਾ ਬਿੱਲ ਦੱਸਦਾ, ਤੁਸੀਂ ਕਾਰਡ ਟੈਪ ਕਰਕੇ ਬਿੱਲ ਦੇ ਕੇ ਤਾਂ ਆਪਣੇ ਘਰ ਆ ਜਾਂਦੇ ਹੋ। ਵਰਚੁਅਲ ਕੈਸ਼ੀਅਰ ਕਿਹਾ ਜਾ ਰਿਹਾ, ਮਤਲਬ ਇੱਕ ਸਕਰੀਨ ਦੇ ਉੱਤੇ ਵਿਅਕਤੀ ਤੁਹਾਨੂੰ ਦਿਸ ਰਿਹਾ ਕਿਉਂਕਿ ਉੱਥੇ ਕੈਮਰਾ ਵੀ ਲੱਗਾ ਆ, ਤੁਸੀਂ ਉਹਨੂੰ ਵੀ ਦਿਸ ਰਹੇ ਆ, ਤੁਸੀਂ ਉਹਦੇ ਨਾਲ ਗੱਲ ਵੀ ਕਰ ਰਹੇ ਹੋ, ਉੱਥੇ ਸਪੀਕਰ ਲੱਗਿਆ ਆ। ਹੁਣ ਮਾਮਲਾ ਇਹ ਆ ਵੀ ਉਹ ਵਿਅਕਤੀ ਇੱਥੇ ਨਹੀਂ ਬੈਠਾ, ਉਹ ਵਿਅਕਤੀ ਦੁਨੀਆ ਦੇ ਕਿਸੇ ਹੋਰ ਦੇਸ਼ ਦੇ ਵਿੱਚ ਬੈਠਾ ਤੇ ਉਹ ਦੇਸ਼ ਦੇ ਵਿੱਚ ਜਿਹੜਾ ਕਿ ਕੋਈ ਵੀ ਦੇਸ਼ ਹੋ ਸਕਦਾ ਦੁਨੀਆ ਦਾ ਜਿੱਥੇ ਲੇਬਰ ਸਸਤੀ ਆ, ਉਹ ਵਿਅਕਤੀ ਮੰਨ ਲਓ $3 ਲੈ ਰਿਹਾ 1 ਘੰਟੇ ਦੇ, ਜਾਂ ਉਹਨੂੰ ਕੁਝ ਵੀ ਇੱਕ ਅਮਾਊਂਟ ਦਿੱਤੀ ਜਾ ਰਹੀ ਹੈ, ਹੋ ਸਕਦਾ ਰੁਪਈਆਂ ਦੇ ਵਿੱਚ ਉਹਨੂੰ 10,000 ਜਾਂ 20,000 ਰੁਪਈਆ ਮਹੀਨੇ ਦਾ ਦਿੱਤਾ ਜਾ ਰਿਹਾ ਤੇ ਉਹਨੂੰ ਸਿਸਟਮ ਸਾਰਾ ਸਮਝਾ ਦਿੱਤਾ ਪਹਿਲਾਂ ਕਿ ਆਹ ਰੈਸਟੋਰੈਂਟ ਆ ਜੀ, ਇਹਦੇ ਵਿੱਚ ਇੱਦਾਂ ਕਰਕੇ ਇੱਦਾਂ ਆਹ ਚੀਜ਼ਾਂ ਹੁੰਦੀਆਂ ਤੇ ਉਹਨੂੰ ਸਾਰਾ ਕੁਝ ਉਹ ਆ ਗਿਆ। ਹੁਣ ਉਹਦੇ ਤੋਂ ਬਾਅਦ ਉਹ ਬੰਦਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਰੈਸਟੋਰੈਂਟ ਦੇ ਉੱਤੇ ਇਹ ਕੰਮ ਕਰ ਰਿਹਾ ਹੈ, ਬੈਠਾ ਉਹ ਕਿਸੇ ਹੋਰ ਦੇਸ਼ ਦੇ ਵਿੱਚ ਆ ਤੇ ਡਾਲਰ ਉਹਨੂੰ ਮਿਲ ਰਹੇ ਆ 3 ਘੰਟੇ ਦੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ $15 ਤੋਂ ਜ਼ਿਆਦਾ ਮਿਨੀਮਮ ਵੇਜਸ ਆ। ਹੁਣ ਇਹ ਇਨਸਾਫ ਕਿੱਥੇ ਹੋ ਰਿਹਾ? ਕੀ ਤੁਸੀਂ ਇੱਥੋਂ ਦੇ ਮਤਲਬ ਉਹਨਾਂ ਲਾਜ਼ ਨੂੰ ਤੋੜ ਰਹੇ ਆ ਜਾਂ ਤਾਂ ਇੱਕ ਬੰਦੇ ਦੀ ਨੌਕਰੀ ਖਾ ਰਹੇ ਆ ਤੁਸੀਂ? ਜਿਹੜਾ ਬੰਦਾ ਇੱਥੇ ਕੰਮ ਕਰਨਾ ਚਾਹੀਦਾ ਸੀ, ਅਸਲ ਦੇ ਵਿੱਚ ਉੱਥੇ ਖੜਾ ਹੋਣਾ ਚਾਹੀਦਾ ਸੀ, ਉਹ ਬੰਦਾ ਉੱਥੇ ਨਹੀਂ ਆ, ਉਹ ਬੰਦਾ ਤੁਸੀਂ ਕੰਪਿਊਟਰ ਦੀ ਸਕਰੀਨ ਦੇ ਨਾਲ ਰਿਪਲੇਸ ਕਰ ਦਿੱਤਾ। ਇਹ ਜਿਹੜਾ ਰੌਲਾ ਆ ਵਰਚੁਅਲ ਕੈਸ਼ੀਅਰ ਦਾ ਇਸ ਵੇਲੇ ਮਾਮਲਾ ਆ, ਇਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਾਫੀ ਕੰਟਰੋਵਰਸੀ ਦੇ ਵਿੱਚ ਆ। ਇੱਕ ਨਵਾਂ ਤਰੀਕਾ ਆਰਡਰ ਕਰਨ ਦਾ, ਫੂਡ ਆਰਡਰ ਕਰਨ ਦਾ ਤੇ ਉਸ ਵਿਅਕਤੀ ਦੇ ਨਾਲ ਗੱਲਬਾਤ ਕਰਨ ਦਾ, ਵਰਚੁਅਲ ਕੈਸ਼ੀਅਰ। ਫਾਸਟ ਫੂਡ ਫਰੈਂਚਾਈਜ਼ੀਜ਼ ਆ ਫਰੈਸ਼ੀ, ਉਹਦੀਆਂ ਦੇਸ਼ ਦੇ ਵਿੱਚ ਬਹੁਤ ਸਾਰੀਆਂ ਲੋਕੇਸ਼ਨ ਦੇ ਉਹਨਾਂ ਦੇ ਉੱਤੇ ਇਹ ਚੀਜ਼ ਸਾਹਮਣੇ ਆ ਰਹੀ ਆ ਕਿ ਇਸ ਗੱਲ ਦੀ ਬਜਾਏ ਕਿ ਇੱਕ ਬੰਦਾ ਤੁਹਾਨੂੰ ਮਿਲੇ ਉੱਥੇ ਖੜਾ, ਜਿਹੜਾ ਤੁਹਾਡੇ ਨਾਲ ਗੱਲਬਾਤ ਕਰੇ, ਰੀਅਲੀ ਉਹ ਤੁਹਾਡੇ ਨਾਲ ਤੁਹਾਡਾ ਇੱਕ ਆਰਡਰ ਲਵੇ, ਤੇ ਉਹਦੀ ਥਾਂ ਤੇ ਇੱਕ ਲਾਈਵ ਸਕਰੀਨ ਤੁਹਾਡੇ ਸਾਹਮਣੇ ਆ ਜਿਹੜੀ ਆਰਡਰ ਲੈ ਰਹੀ ਆ। ਹੁਣ ਮਾਮਲਾ ਇਹ ਆ ਵੀ ਕੰਮ ਤਾਂ ਉਹ ਵੀ ਉਹੀ ਕਰ ਰਹੀ ਆ, ਗੱਲਬਾਤ ਉਹ ਵੀ ਕਰ ਰਹੀ ਆ, ਜਵਾਬ ਉਹ ਵੀ ਦੇ ਰਹੀ ਆ, ਬਿੱਲ ਉਹ ਵੀ ਦੱਸ ਰਹੀ ਆ ਤੇ ਤੁਸੀਂ
ਆਪਣਾ ਪੇ ਵੀ ਕਰ ਰਹੇ ਹੋ। ਹੁਣ ਇਸ ਆਈਡੀਆ ਬਹੁਤ ਵਧੀਆ ਹੈ, ਪਰ ਇਹਦੇ ਤੇ ਬੈਕਲੈਸ਼ ਆ ਰਿਹਾ। ਬੈਕਲੈਸ਼ ਕੀ ਆ? ਕੰਸਰਨ ਇਹ ਆ ਕਿ ਜਿਹੜਾ ਫਿਰ ਮਿਨੀਮਮ ਵੇਜਸ ਦਾ ਕਨਸੈਪਟ ਕਿੱਥੇ ਚਲੇ ਗਿਆ, ਜਾਂ ਵਰਕਿੰਗ ਕੰਡੀਸ਼ਨ ਦਾ ਕਨਸੈਪਟ ਕਿੱਥੇ ਚਲੇ ਗਿਆ। ਇੱਕ ਰਿਪੋਰਟ ਆਈ ਆ ਜਿਹਦੇ ਵਿੱਚ ਦੱਸਿਆ ਗਿਆ ਕਿ ਇਹ ਜਿਹੜੇ ਲੋਕ ਨੇ, ਇੱਕ ਵਿਅਕਤੀ ਉਹਨਾਂ ਨੇ ਲੱਭਿਆ, ਉਹ ਕਹਿੰਦੇ ਵੀ $4.25 US ਦੇ, ਜਾਣੀ ਕਿ $4.78 ਕੈਨੇਡੀਅਨ ਉਹਨੂੰ ਪਰ ਘੰਟੇ ਦੇ ਹਿਸਾਬ ਨਾਲ ਮਿਲਦੇ ਆ, ਤੇ BC ਦੇ ਵਿੱਚ $15.65 ਮਿਨੀਮਮ ਵੇਜਸ ਹੈਗਾ ਆ। ਹੁਣ ਉਹਦੇ ਤੋਂ ਬਾਅਦ ਉਹਨਾਂ ਨਾਲ ਜਦੋਂ ਗੱਲਬਾਤ, ਦੂਜੀ ਮਾਮਲਾ ਵੀ ਉਹਨੂੰ ਟਿਪ ਕਿਹਨੂੰ ਮਿਲੂਗੀ ਫਿਰ? ਇਹ ਜੇ ਕੋਈ ਬੰਦਾ ਟਿਪ ਦੇਣੀ ਚਾਹੁੰਦਾ ਕਿ ਉਹ ਕੈਸ਼ੀਅਰ ਨੂੰ ਮਿਲੂਗੀ ਜਾਂ ਕਿਹਨੂੰ ਮਿਲੂਗੀ, ਜਾਂ ਰੈਸਟੋਰੈਂਟ ਜਿਹੜਾ ਓਨ ਕਰਦਾ ਉਹਦੇ ਕੋਲ ਚਲੇ ਜਾਊਗੀ। ਬਹੁਤ ਸਾਰੇ ਸਵਾਲ ਇਹਦੇ ਨਾਲ ਹੋਇਆ, ਔਰ ਇਹ ਵਰਚੁਅਲੀ ਕੈਸ਼ੀਅਰ ਜਿਹੜੇ ਆ ਓਨਟਾਰੀਓ ਦੇ ਕੁਝ ਸਟੋਰ ਦੇ ਵਿੱਚ ਅਪ੍ਰੈਲ ਦੇ ਵਿੱਚ ਸ਼ੁਰੂ ਹੋ ਗਏ ਆ ਉੱਥੇ। ਤੇ ਹੁਣ ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਮਾਮਲਾ ਸਾਹਮਣੇ ਆਉਂਦਾ ਤਾਂ ਸਾਡੇ ਲੇਬਰ ਮਿਨਿਸਟਰ ਹੈਰੀ ਬੈਂਸ ਉਹਨਾਂ ਨੇ ਇਸ ਮਾਮਲੇ ਉੱਤੇ ਟਵੀਟ ਕੀਤਾ ਆ ਕਿ ਇਸ ਕੰਪਨੀ ਨੂੰ ਜਿਹੜੀ ਆਊਟਸੋਰਸਿੰਗ ਜੌਬਸ ਦੇ ਪਾਇਲਟ ਪ੍ਰੋਜੈਕਟ ਆ ਉਹ ਸਾਡੇ ਪ੍ਰੋਵਿੰਸ ਦੇ ਵਿੱਚੋਂ ਦੂਰ ਰੱਖਣ ਦੀ ਲੋੜ ਆ, ਇੱਥੇ ਨਾ ਲਿਆਵੇ। ਇਹ ਵੀ ਹੁਣ ਕਿਹਾ ਕਿ ਸਰਕਾਰ ਇਹਦੇ ਵਿੱਚ ਕੁਛ ਕਰ ਨਹੀਂ ਸਕਦੀ, ਵਰਚੁਅਲ ਕੈਸ਼ੀਅਰ ਨੂੰ ਜਿਹੜਾ ਮਤਲਬ ਸਰਕਾਰ ਕੁਛ ਨਹੀਂ ਕਰ ਸਕਦੀ ਇਹਦੇ ਵਿੱਚ ਜੇ ਕੋਈ ਵਿਅਕਤੀ ਇਸ ਤਰ੍ਹਾਂ ਦਾ ਕਰਦਾ ਆ। ਪਰ ਸਾਡੇ ਜਿਹੜੇ ਲੇਬਰ ਲਾਜ਼ ਆ ਉਹ ਉਹਨਾਂ ਅੰਪਲੋਈਜ਼ ਨੂੰ ਪ੍ਰੋਟੈਕਟ ਕਰਦੇ ਆ ਜਿਹੜੇ ਫਿਜ਼ੀਕਲੀ ਇੱਥੇ ਖੜੇ ਆ। ਇਹਦੇ ਨਾਲ ਸਾਡੇ ਮਾਨਯੋਗ ਮਿਨਿਸਟਰ ਹੈਰੀ ਬੈਂਸ ਨੇ ਕਿਹਾ ਕਿ ਡਿਸਅਪੁਆਇੰਟਮੈਂਟ ਵੀ ਹੋਈ ਆ ਉਹਨਾਂ ਦੇ ਨਾਲ ਕਿ ਜਿਹੜੀਆਂ ਕੁਝ ਕੰਪਨੀਜ਼ ਇੱਦਾਂ ਦੀਆਂ ਟੈਕਨੀਕ ਜਿਹੜੀਆਂ ਆਊਟਸੋਰਸਿੰਗ ਦੀਆਂ ਯੂਜ਼ ਕਰ ਰਹੀਆਂ ਤੇ ਉਹ ਨੌਕਰੀਆਂ ਲੈ ਰਹੀਆਂ ਜਿਹੜੀਆਂ ਸਿੱਧੀਆਂ ਬ੍ਰਿਟਿਸ਼ ਕੋਲੰਬੀਆ ਦੇ ਵਰਕਰਸ ਨੂੰ ਮਿਲਣੀਆਂ ਸੀ। ਵੀ ਇਹ ਸਾਡਾ ਜਿਹੜਾ ਉਹਨਾਂ ਦਾ ਗੋਲ ਆ, ਉਹਨਾਂ ਦੀ ਸਰਕਾਰ ਦਾ ਗੋਲ ਆ ਕਿ ਇਕੋਨਮੀ ਨੂੰ ਹਰ ਇੱਕ ਦੇ ਲਈ ਇੱਥੇ ਵਰਕਰ ਦੇ ਲਈ ਫੇਅਰ ਵੇਜਸ ਹੋਣ, ਬੈਨੀਫਿਟ ਹੋਣ, ਉਹਨਾਂ ਨੂੰ ਪੇਡ ਕੀਤੇ ਜਾਣ, ਉਹਦੇ ਕਹਿੰਦੇ ਇਹ ਵਿਰੋਧ ਦੇ ਵਿੱਚ ਜਾਂਦਾ ਆ। ਸਵਾਲ ਤਾਂ ਇਹ ਬਹੁਤ ਵੱਡਾ ਆ, ਪਰ ਇਹ ਸ਼ਾਇਦ ਇੰਨਾ ਸਿੱਧਾ ਸਵਾਲ ਨਹੀਂ ਆ। ਹੁਣ ਜਿਹੜੇ ਦੂਜੇ ਬਿਜ਼ਨਸਿਸ ਨੇ ਜਿਵੇਂ ਕਾਲ ਸੈਂਟਰਸ ਨੇ, ਉਹ ਆਊਟਸੋਰਸਿੰਗ ਕਈ ਸਾਲਾਂ ਤੋਂ ਕਰਦੇ ਆ ਰਹੇ ਆ, ਪਰ ਜਿਹੜੀਆਂ ਆਊਟਸੋਰਸਿੰਗ ਜੌਬਸ ਦੂਜੇ ਦੇਸ਼ਾਂ ਨੂੰ ਦੇਣੀਆਂ, ਇਹ ਬਿਜ਼ਨਸ ਜਿਹੜੇ ਆ ਇਹ ਲੋਕਲੀ ਹਾਇਰ ਕਰਨ ਇੱਥੋਂ ਵਰਕਰਸ ਨੂੰ, ਉਹ ਅਰਨਿੰਗ ਕਰਨ ਤੇ ਉਹਨੂੰ ਬੈਕ ਫਿਰ ਲੋਕਲ ਇਕੋਨਮੀ ਦੇ ਵਿੱਚ ਦੇਣ, ਉਹ ਜ਼ਿਆਦਾ ਚੰਗੀ ਗੱਲ ਆ। ਪਰ ਕੰਪਨੀਆਂ ਨੂੰ ਕਿਉਂਕਿ ਬਾਹਰੋਂ ਸਸਤਾ ਬਹੁਤ ਪੈ ਰਿਹਾ, ਇਸ ਕਰਕੇ ਉਹ ਇਹਨੂੰ ਆਊਟਸੋਰਸ ਕਰਦੇ ਰਹੇ ਆ। ਜਿਹੜੀਆਂ ਕਾਲ ਸੈਂਟਰਸ ਸਾਰੇ ਉਹਨਾਂ ਦੇਸ਼ਾਂ ਦੇ ਵਿੱਚ ਹੈਗੇ ਆ ਆਲਰੇਡੀ ਪਹਿਲਾਂ ਹੀ, ਜਿਹੜੀਆਂ ਸਾਨੂੰ ਕਾਲਸ ਆਉਂਦੀਆਂ, ਚਾਹੇ ਉਹ ਫੋਨ ਦੇ ਨਾਲ ਸੰਬੰਧਿਤ ਹੁੰਦੀਆਂ, ਸਾਡੇ ਡਾਟਾ ਨਾਲ ਸੰਬੰਧਿਤ ਹੁੰਦੀਆਂ, ਕੋਈ ਵੀ ਹੁੰਦੀਆਂ, ਉਹ ਬਾਹਰਲੇ ਦੇਸ਼ਾਂ ਤੋਂ ਆਉਂਦੀਆਂ ਜਿੱਥੇ ਲੇਬਰ ਬਹੁਤ ਸਸਤੀ ਆ, ਉਹ ਕਾਲ ਕਰਦੇ ਆ। ਇਹ ਗੱਲ ਆਪਾਂ ਨੂੰ ਪਹਿਲਾਂ ਤੋਂ ਪਤਾ, ਪਰ ਕਿਉਂਕਿ ਹੁਣ ਇਹ ਮਾਮਲਾ ਇਸ ਕਰਕੇ ਜ਼ਿਆਦਾ ਕੰਟਰੋਵਰਸੀ ਦੇ ਵਿੱਚ ਆ ਗਿਆ ਵੀ ਉਹ ਸਾਹਮਣੇ ਸਕਰੀਨ ਦੇ ਉੱਤੇ ਬੰਦਾ ਖੜਾ, ਇੱਕ ਉਹ ਵਰਚੁਅਲੀ ਤੁਹਾਨੂੰ ਇੱਕ ਬੰਦੇ ਨੂੰ ਰਿਪਲੇਸ ਕਰ ਦਿੱਤਾ ਉਹਨਾਂ ਨੇ। ਤੇ ਇੰਪਲੋਇਰ ਜਿਹੜਾ ਹੁਣ ਇਸ ਮਾਮਲੇ ਦੇ ਵਿੱਚ ਕ੍ਰੀਏਟਿਵ ਤਾਂ ਹੋਊਗਾ ਹੀ, ਉਹਨੂੰ ਕੁਛ ਨਾ ਕੁਛ ਸਿਰਜਣਾਤਮਕ ਤਾਂ ਹੋਣਾ ਹੀ ਪਊਗਾ ਵੀ ਉਹਨਾਂ ਨੇ ਜਿਹੜੀ ਇਹ, ਕਿਉਂਕਿ ਉਹਨਾਂ ਨੂੰ ਵਰਕਰ ਮਿਲ ਵੀ ਨਹੀਂ ਰਹੇ ਇੱਥੇ, ਇੱਕ ਪਾਸੇ ਵਰਕਰ ਮਿਲ ਨਹੀਂ ਰਹੇ, ਦੂਜੇ ਪਾਸੇ ਉਹ ਕੁਛ ਨਾ ਕੁਛ ਇੱਦਾਂ ਦਾ ਨਵਾਂ ਕਰ ਰਹੇ ਆ। ਵਿਕਟੋਰੀਆ ਦੇ ਬਿਜ਼ਨਸਿਸ ਬਹੁਤ ਸਾਰੇ, ਪਿੱਛੇ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਫਾਈਨੈਂਸ਼ੀਅਲ ਇਨਸੈਂਟਿਵ ਦੇ ਰਹੇ ਆ ਅਟਰੈਕਟ ਕਰਨ ਦੇ ਲਈ ਜਾਂ ਸਟਾਫ ਨੂੰ ਆਪਣੇ ਕੋਲ ਰੱਖਣ ਦੇ ਲਈ, ਕਿਉਂਕਿ ਲੇਬਰ ਸ਼ਾਰਟੇਜ ਆ। ਇੱਕ 93 ਸਾਲ ਪੁਰਾਣੀ ਰੈਸਟੋਰੈਂਟ ਚੇਨ ਜਿਹੜੀ ਆ, ਉਹਨਾਂ ਨੇ ਆਪਣਾ ਵਰਕਰ ਰਿਕਰੂਟ ਕਰਨ ਦਾ ਤਰੀਕਾ ਬਦਲ ਲਿਆ ਕਿਉਂਕਿ ਲੋਕ ਮਿਲ ਨਹੀਂ ਰਹੇ। ਹੁਣ ਇਹ ਜਿਹੜੇ ਕੁਝ ਪ੍ਰੋਫੈਸਰ ਨੇ ਜਿਹੜੇ ਮੈਨੇਜਮੈਂਟ ਦੇ ਇੱਥੇ UBC ਓਕਨਆਗਨ ਦੇ ਵਿੱਚ, ਉਹ ਬ੍ਰਿਟਿਸ਼ ਕੋਲੰਬੀਆ ਨੂੰ ਇਸ ਗੱਲ ਦੇ ਲਈ ਵਾਰਨ ਵੀ ਕਰ ਰਹੇ ਆ ਕਿ ਤੁਸੀਂ ਨਾ ਨਵੀਂ ਟੈਕਨੋਲੋਜੀ ਨੂੰ ਪਹਿਲੀ ਮਤਲਬ ਨਜ਼ਰ ਦੇ ਨਾਲ ਜੱਜ ਨਾ ਕਰੋ, ਇਹਦਾ ਇਹ ਫੈਸਲਾ ਨਾ ਕਰੋ ਵੀ ਇਹ ਸਹੀ ਆ ਜਾਂ ਇਹ ਗਲਤ ਆ। ਉਹ ਕਹਿੰਦੇ ਫਿਰ ਇਹਦੇ ਨਾਲ ਹੋਊਗਾ ਕਿ ਬਿਜ਼ਨਸ ਡਿਸਕਰੇਜ ਹੋਣਗੇ, ਉਹ ਇਨੋਵੇਟਿਵ ਵੀ ਨਹੀਂ ਹੋ ਸਕਦੇ, ਉਹ ਨਵੀਆਂ ਖੋਜਾਂ ਹੀ ਨਹੀਂ ਕਰ ਸਕਦੇ ਇਸ ਤਰ੍ਹਾਂ ਦੀਆਂ ਆਪਣੇ ਵਰਕਰ ਨੂੰ ਰਿਕਰੂਟ ਕਰਨ ਦੇ ਲਈ। ਹੁਣ ਸਰਕਾਰ ਇਹਦੇ ਵਿੱਚ ਕੁਝ ਕਰ ਵੀ ਨਹੀਂ ਸਕਦੀ ਕਿਉਂਕਿ ਸਰਕਾਰ ਦੇ ਵਿਰੁੱਧ ਕੁਝ ਵੀ ਨਹੀਂ ਜਾ ਰਿਹਾ, ਪਰ ਦੂਜੇ ਪਾਸੇ ਹੋ ਇਹ ਰਿਹਾ ਕਿ ਇੱਥੇ ਕੰਪਨੀ ਜਿਹੜੀ ਆ ਉਹ $15 ਦੇਣ ਦੀ ਬਜਾਏ, $15.65 ਦੇਣ ਦੀ ਬਜਾਏ ਕਿਸੇ ਨੂੰ $3-4 ਦੇ ਉੱਤੇ ਰੱਖ ਕੇ ਉਹਦੀ ਇੱਕ ਜੌਬ ਜਿਹੜੀ ਆ ਉਹ ਖਾਸ ਜ਼ਰੂਰ ਰਹੀ ਆ। ਪਰ ਇਹ ਵੀ ਅਸੀਂ ਪਤਾ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸਾਰਾ ਕੁਝ ਵਰਚੁਅਲ ਹੋ ਗਿਆ ਆ। ਤੁਸੀਂ ਸੈਲਫ ਚੈੱਕਆਊਟ ਕਰਦੇ ਹੋ, ਉਹਦੀ ਗਿਣਤੀ ਦਿਨ ਦਿਨ ਵਧੀ ਜਾ ਰਹੀ ਆ ਸਟੋਰਾਂ ਦੇ ਉੱਤੇ, ਤੇ ਜਿੱਥੇ ਹਿਊਮਨਸ ਹੈਗੇ ਆ ਉਹਦੀ ਗਿਣਤੀ ਘਟੀ ਜਾ ਰਹੀ ਆ। ਇੱਕ ਕੰਪਿਊਟਰ ਨੇ ਕਿੰਨੇ ਸੈਂਕੜੇ ਲੋਕਾਂ ਦੀ ਨੌਕਰੀ ਲੈ ਲਈ ਆ, ਇਹ ਵੀ ਅੱਜ ਦੀ ਟੈਕਨੋਲੋਜੀ ਨੇ ਕੀਤਾ ਆ। ਸੋ ਇਹਨੂੰ ਸ਼ਾਇਦ ਇਹਦੇ ਤੋਂ ਮੁੱਖ ਨਹੀਂ ਮੋੜਿਆ ਜਾ ਸਕਦਾ, ਇਹਦੇ ਤੋਂ ਪਰੇ ਨਹੀਂ ਹੋ ਕੇ ਸੋਚਿਆ ਜਾ ਸਕਦਾ, ਇਹ ਹੋਣਾ ਹੀ ਆ। ਪਰ ਕਿਉਂਕਿ ਹੁਣ ਸਬੂਤਾ ਇੱਕ ਬੰਦਾ ਤੁਹਾਡੇ ਸਾਹਮਣੇ ਖੜਾ ਹੋ ਗਿਆ ਕਿ ਸਕਰੀਨ ਦੇ ਉੱਤੇ, ਤੇ ਉਹ ਤੁਹਾਡੇ ਨਾਲ ਗੱਲ ਕਰ ਰਿਹਾ ਭਾਵੇਂ ਕੋਈ ਇੱਥੇ ਹੈ ਨਹੀਂ ਗਾ, ਇਹਦੇ ਨਾਲ ਸੰਬੰਧਿਤ ਜਿਹੜੀਆਂ ਕੁਝ ਕੰਟਰੋਵਰਸੀ ਤੇ ਕੁਝ ਸਵਾਲ ਆਉਣੇ ਲਾਜ਼ਮੀ ਨੇ। ਦੋ ਖਬਰਾਂ ਅਮਰੀਕਾ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਪਹਿਲੀ ਖਬਰ ਇਹ ਆ ਕਿ ਅਮਰੀਕਾ ਦੇ ਵਿੱਚ ਇਸ ਵੇਲੇ ਆਇਲ ਪ੍ਰਾਈਸਿਸ ਸਿਖਰਾਂ ਨੂੰ ਛੂਹ ਰਹੇ ਆ।
ਕੱਲ ਮੰਗਲਵਾਰ ਨੂੰ ਉੱਥੇ ਤੇਲ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ ਕਿ ਲੋਕ ਇਹਦੇ ਨਾਲ ਬਹੁਤ ਜ਼ਿਆਦਾ ਪਰੇਸ਼ਾਨ ਨੇ। ਕੱਲ ਮੰਗਲਵਾਰ ਨੂੰ ਜਦੋਂ ਇਹ ਅਨਾਊਂਸਮੈਂਟ ਹੋਈ ਸੀ ਕਿ ਯੂਰਪੀਅਨ ਯੂਨੀਅਨ ਨੇ ਕੱਟ ਆਫ ਕਰ ਦਿੱਤਾ ਰਸ਼ੀਆ ਦੇ ਕਰੂਡ ਆਇਲ ਦੇ ਉੱਤੇ, ਉਹਦੇ ਨਾਲ ਸਿੱਧੀ ਕੀਮਤ ਵੱਧ ਗਈ। ਗੈਸੋਲੀਨ ਦੀਆਂ ਕੀਮਤਾਂ ਅਮਰੀਕਾ ਦੇ ਵਿੱਚ ਵੱਧ ਗਈਆਂ ਤੇ ਜਿਹੜੀਆਂ ਜਿਸ ਕਿਸਮ ਦੀ ਉੱਥੇ ਇਕਨੋਮਿਕ ਐਕਟੀਵਿਟੀ ਹੋਈ ਆ ਉਹਨੇ ਲੋਕਾਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ, ਕੰਜ਼ਿਊਮਰ ਨੂੰ ਵੀ ਤੇ ਵਾਈਟ ਹਾਊਸ ਨੂੰ ਵੀ। ਹੋਇਆ ਕੀ ਆ, ਉੱਥੇ ਜਿਹੜਾ ਗਲੋਬਲ ਬੈਂਚਮਾਰਕ ਆ ਕਰੂਡ ਦੇ ਲਈ ਉਹ $120 ਬੈਰਲ ਦੇ ਉੱਤੇ ਚਲੇ ਗਿਆ ਜਦੋਂ ਯੂਰਪੀਅਨ ਯੂਨੀਅਨ ਨੇ ਆਪਣਾ ਇਹ ਸਾਰੀ ਲੈਵੀ ਤੇ ਸਾਰਾ ਕੁਝ ਇਕਨੋਮਿਕ ਪੈਨਲਟੀਜ਼ ਜਿਹੜੀਆਂ ਪਿੱਛੇ ਨੂੰ ਕੀਤੀਆਂ ਸੀ ਮਾਸਕੋ ਤੋਂ। ਹੁਣ ਉਹਦੇ ਤੋਂ ਬਾਅਦ ਇਹ ਸਵਾਲ ਪੈਦਾ ਹੋ ਗਿਆ, US ਦੇ ਵਿੱਚ ਐਵਰੇਜ ਗੈਲਨ ਦੀ ਗੈਸੋਲੀਨ ਦੀ ਪ੍ਰਾਈਸ $4.62 ਆ। $4.62 ਇੱਕ ਗੈਲਨ ਦਾ ਪ੍ਰਾਈਸ। ਅਮਰੀਕਾ ਦੇ ਵਿੱਚ ਲੋਕ ਇਸ ਗੱਲ ਨੂੰ ਰੌਲਾ ਪਾ ਰਹੇ ਆ, ਤੜਫ ਰਹੇ ਆ ਕਿ ਇੰਨਾ ਜ਼ਿਆਦਾ ਕਿਉਂ ਵੱਧ ਗਿਆ। 52% ਹਾਇਰ ਦੱਸਿਆ ਜਾ ਰਿਹਾ ਪਿਛਲੇ ਸਾਲ ਨਾਲੋਂ। ਜਿਹੜੇ $4.62 ਐਵਰੇਜ ਦੱਸਦੇ ਆ, ਕੁਛ ਥਾਵਾਂ ਦੇ ਉੱਤੇ $5 ਤੋਂ ਵੀ ਕ੍ਰੋਸ ਕਰ ਚੁੱਕਾ ਤੇ ਲੋਕ $5 ਤੋਂ ਵੀ ਜ਼ਿਆਦਾ ਗੈਲਨ ਦੇ ਲਈ ਗੈਸ ਦੇ ਲਈ ਪੇ ਕਰ ਰਹੇ ਆ। ਹਿਸਟੋਰੀਕਲੀ ਇਸ ਵੇਲੇ ਲੋਕਾਂ ਦੀ ਸਾਈਕੀ ਦੇ ਉੱਤੇ ਇਹਦਾ ਅਸਰ ਪੈ ਰਿਹਾ, ਲੋਕਾਂ ਦੀ ਜੇਬ ਦੇ ਉੱਤੇ ਇਹਦਾ ਅਸਰ ਪੈ ਰਿਹਾ। ਔਰ ਜਿਹੜਾ ਯੂਰਪੀਅਨ ਯੂਨੀਅਨ ਆ ਉਹ ਸੋਮਵਾਰ ਨੂੰ ਇਹਨੂੰ ਇਸ ਗੱਲ ਦੇ ਉੱਤੇ ਸਹਿਮਤ ਹੋਈ ਸੀ ਕਿ ਰਸ਼ੀਅਨ ਆਇਲ ਦੇ ਉੱਤੇ ਜਿਹੜਾ ਉਹਨੂੰ ਕੱਟ ਕਰਨ ਦੇ ਲਈ 90% ਆਇਲ ਇੰਪੋਰਟਸ ਜਿਹੜੇ ਆ ਉਹ ਇਹਨਾਂ ਮੈਂਬਰ ਨੇਸ਼ਨ ਨੂੰ ਜਾਂਦਾ ਆ। ਪਰ ਹੁਣ ਇਹਦੇ ਤੋਂ ਬਾਅਦ ਇੱਥੇ ਤੱਕ ਇਹ ਕੀਮਤਾਂ ਵਧਣੀਆਂ। ਔਰ ਦੂਜੀ ਗੱਲ, ਇਹਦਾ ਅਸਰ ਕਿਉਂਕਿ ਅਮਰੀਕਾ ਦੇ ਉੱਤੇ ਸਿੱਧਾ ਪੈ ਰਿਹਾ, ਕੈਨੇਡਾ ਦੇ ਵਿੱਚ ਵੀ ਗੈਸੋਲੀਨ ਦੀਆਂ ਕੀਮਤਾਂ ਇਸ ਵੇਲੇ ਰੈਕਡ ਹਾਈ ਨੇ। ਦੂਜੀ ਗੱਲ ਇਹ ਆ ਕਿ ਇਹ ਸਿਰਫ ਤੇ ਸਿਰਫ ਕੈਨੇਡਾ ਦੇ ਵਿੱਚ ਹੀ ਨਹੀਂ ਹੈ, ਸਾਡੇ ਨਾਲ ਲੱਗਦੇ ਮੁਲਕ ਅਮਰੀਕਾ ਦੇ ਵਿੱਚ ਤੇ ਯੂਰਪੀਅਨ ਯੂਨੀਅਨ ਦੇ ਵਿੱਚ ਵੀ ਇਹ ਸਾਰਾ ਕੁਝ ਪੈ ਰਿਹਾ। ਔਰ ਜਿਹੜੀਆਂ 7 ਸਟੇਟਸ ਦੇ ਵਿੱਚ ਤੁਸੀਂ ਲਾ ਲਓ, ਜਿਹੜੇ ਡਰਾਈਵਰਸ ਨੇ ਜਿਨ੍ਹਾਂ ਦੇ ਵਿੱਚ ਇਲੀਨੋਇਸ ਆ, ਨੇਵਾਡਾ ਆ ਜਾਂ ਓਰੇਗਨ ਆ, ਉਹ ਘੱਟੋ ਘੱਟ $5 ਦੇ ਰਿਹਾ ਇੱਕ ਗੈਲਨ ਦੇ ਪਿੱਛੇ ਗੈਸੋਲੀਨ ਦੀ ਐਵਰੇਜ। ਕੈਲੀਫੋਰਨੀਆ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਇਹ ਪ੍ਰਾਈਸ $6 ਦੇ ਉੱਤੇ ਹਿੱਟ ਕਰ ਰਹੀ ਹੈ। ਸੋ ਹਰ ਦੂਜੇ ਸਟੇਟ ਦੇ ਵਿੱਚ $4 ਤੋਂ ਜ਼ਿਆਦਾ ਪੇ ਕਰਨਾ ਪੈ ਰਿਹਾ ਉਹਨਾਂ ਨੂੰ। ਸੋ ਇਸ ਵੇਲੇ ਜਿਹੜਾ ਕਰੂਡ ਪ੍ਰਾਈਸ ਸੀਗਾ, ਕਰੂਡ ਆਇਲ ਦਾ ਪ੍ਰਾਈਸ ਸੀਗਾ $80 ਬੈਰਲ ਜਨਵਰੀ ਦੇ ਵਿੱਚ ਸੀਗਾ ਤੇ ਉਹਦੇ ਤੋਂ ਬਾਅਦ ਇਹ ਵੱਧਦਾ ਮਾਰਚ ਦੇ ਵਿੱਚ $120 ਦੇ ਉੱਤੇ ਪਹੁੰਚ ਕੇ ਜਦੋਂ ਕਰੂਡ ਆਇਲ ਦੀ ਪ੍ਰਾਈਸ ਵੱਧ ਰਹੀ ਆ, ਇਹ $80 ਤੋਂ ਵੱਧਦਾ $120 ਦੇ ਉੱਤੇ ਪਹੁੰਚ ਗਿਆ। ਤੇ ਫਿਰ ਉਹਦੇ ਤੋਂ ਬਾਅਦ ਜਿਹੜਾ ਰਸ਼ੀਆ ਦਾ ਕਨਫਲਿਕਟ ਜਿਹੜਾ ਅਜੇ ਤੱਕ ਚੱਲ ਰਿਹਾ ਆ ਤੇ ਇਹ ਜਿਹੜੀ 24 ਜਨਵਰੀ ਨੂੰ ਜਦੋਂ ਉੱਥੇ ਜਾ ਕੇ 24 ਫਰਵਰੀ ਨੂੰ ਜਦੋਂ ਉੱਥੇ ਜਾ ਕੇ ਇਨਵੇਡ ਕਰਦੇ ਆ, ਉਹਦੇ ਤੋਂ ਬਾਅਦ ਲਗਾਤਾਰ ਇਹਦੇ ਉੱਤੇ ਸਵਾਲ ਪੈਦਾ ਹੁੰਦੇ ਰਹੇ ਆ ਕਿ ਕਦੋਂ ਇਹ ਥੱਲੇ ਹੋਣਾ। ਕੁਛ ਹਫ਼ਤਿਆਂ ਦੇ ਵਿੱਚ ਥੱਲੇ ਨੂੰ ਗਿਆ ਵੀ ਆ, ਪਰ ਹੁਣ ਦੱਸ ਰਹੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਹੋਰ ਉੱਤੇ ਨੂੰ ਜਾਣਾ ਆ, ਇਹ ਰੋਕਿਆ ਨਹੀਂ ਜਾ ਸਕਦਾ। ਕਿੰਨਾ ਕੁ ਉੱਤੇ ਜਾ ਕੇ ਕਿੱਥੇ ਜਾ ਕੇ ਇਹ ਪ੍ਰਾਈਸ ਰੁਕਦਾ ਆ, ਇਹ ਇੱਕ ਜਿਹੜਾ ਭਵਿੱਖ ਦੇ ਵਿੱਚ ਸਵਾਲ ਆ। ਪਰ $4.62 ਦੇ ਉੱਤੇ ਐਵਰੇਜ ਤੇ ਕੁਛ ਥਾਵਾਂ ਦੇ ਉੱਤੇ $6 ਇੱਕ ਗੈਲਨ ਦੇ ਲਈ ਅਮਰੀਕਾ ਦੇ ਵਿੱਚ ਪੇ ਕਰਨਾ ਬਹੁਤ ਵੱਡੀ ਸਮੱਸਿਆ ਆ, ਜਿਹਨੇ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ। ਤੇ ਸਵਾਲ ਇਹ ਵੀ ਪੈਦਾ ਹੋਣੇ ਸ਼ੁਰੂ ਹੋ ਗਏ ਆ ਕਿ ਫਿਰ ਇਹ ਜਿਹੜਾ ਕਰੂਡ ਆਇਲ ਆ ਇਹਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਦੀ ਸਮੱਸਿਆ ਨੂੰ ਖਤਮ ਕੀਤਾ ਜਾਵੇ, ਸਾਰੇ ਵਹੀਕਲ ਇਲੈਕਟ੍ਰਿਕ ਕੀਤੇ ਜਾਣ ਜਾਂ ਜਿਹੜੇ ਅਲਟਰਨੇਟਿਵ ਸੋਰਸਿਸ ਆਫ ਐਨਰਜੀ ਆ ਉਹ ਡਿਵੈਲਪ ਕੀਤੇ ਜਾਣ। ਦੁਨੀਆ ਦੇ ਵਿੱਚ ਬਹੁਤੀ ਲੜਾਈ ਤੇਲ ਦੀ ਆ। ਤੇਲ ਦੇ ਨਾਲ ਕਰੂਡ ਆਇਲ ਜਿੱਥੇ ਸਾਰੀ ਦੁਨੀਆ ਦੀ ਇਕੋਨਮੀ ਨੂੰ ਹਿਲਾਉਣ ਦੀ ਤਾਕਤ ਰੱਖਦਾ ਆ, ਉੱਥੇ ਹੁਣ ਦੂਜੇ ਅਲਟਰਨੇਟਿਵ ਸੋਰਸਿਸ ਬਾਰੇ ਸੋਚਣਾ ਸ਼ੁਰੂ ਹੋ ਗਿਆ ਕਿ ਕੁਛ ਨਾ ਕੁਛ ਇੱਦਾਂ ਦਾ ਕੀਤਾ ਜਾਵੇ ਜਿਹਦੇ ਨਾਲ ਇੱਕ ਦੇਸ਼ ਦੇ ਉੱਤੇ ਡਿਪੈਂਡੈਂਸ ਬਾਕੀ ਦੇਸ਼ਾਂ ਦੀ ਨਾ ਰਹੇ। ਜੇਕਰ ਰੂਸ ਯੂਕਰੇਨ ਦੇ ਉੱਤੇ ਹਮਲਾ ਕਰਦਾ ਤਾਂ ਗੈਸ ਦੀਆਂ ਕੀਮਤਾਂ ਅਮਰੀਕਾ ਕੈਨੇਡਾ ਦੇ ਵਿੱਚ ਵੱਧ ਜਾਂਦੀਆਂ। ਇਹਨੂੰ ਰੋਕਣ ਦੇ ਲਈ ਵੀ ਲੰਬੇ ਸਮੇਂ ਦੇ ਵਿੱਚ ਕੁਛ ਜਿਹੜੇ ਪ੍ਰੋਸੈਸ ਸੋਚੇ ਜਾ ਰਹੇ ਆ, ਪਰ ਇਹਦੇ ਨਾਲ ਹੀ ਫਿਲਹਾਲ ਗੈਸ ਦੀਆਂ ਕੀਮਤਾਂ ਥੱਲੇ ਆਉਂਦੀਆਂ ਨਜ਼ਰ ਨਹੀਂ ਆ ਰਹੀਆਂ। ਵਾਤਾਵਰਣ ਦਾ ਮੁੱਦਾ ਇੱਕ ਇਹੋ ਜਿਹਾ ਮੁੱਦਾ ਆ ਜਿਹਨੇ ਦੇਸ਼ਾਂ ਦੀਆਂ ਜਿਹੜੀਆਂ ਸਰਹੱਦਾਂ ਨੇ ਉਹਦੇ ਤੋਂ ਪਰੇ ਪੂਰੀ ਦੁਨੀਆ ਦੇ ਉੱਤੇ ਅਸਰ ਕੀਤਾ। ਅਮਰੀਕਾ ਦੀ ਦੂਜੀ ਖਬਰ ਆ, ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਵਾਰੀ ਅੰਦਾਜ਼ਾ ਲਾਇਆ ਜਾ ਰਿਹਾ ਜਾਂ ਫੋਰਕਾਸਟ ਕੀਤਾ ਜਾ ਰਿਹਾ ਕਿ ਘਰਾਂ ਦੇ ਬਾਹਰ ਲੱਗਿਆ ਘਾਹ ਪੀਲਾ ਪੈ ਸਕਦਾ ਤੇ ਪਾਉਣ ਦੇ ਲਈ ਉਹਦੇ ਲਈ ਪਾਣੀ ਲੋਕਾਂ ਨੂੰ ਨਹੀਂ ਲੱਭਣਾ। ਬੁੱਧਵਾਰ ਨੂੰ ਅੱਜ ਨਵੀਆਂ ਰੈਸਟ੍ਰਿਕਸ਼ਨਸ ਉੱਤੇ ਲਾਈਆਂ ਆਊਟਡੋਰ ਵਾਟਰ ਯੂਜ਼ ਦੇ ਉੱਤੇ, ਜਿਹੜੀਆਂ 6 ਮਿਲੀਅਨ ਲੋਕਾਂ ਦੇ ਉੱਤੇ ਸਿੱਧਾ ਇਹਨਾਂ ਰੈਜ਼ੀਡੈਂਟਸ ਦੇ ਉੱਤੇ, ਲਾਸ ਐਂਜਲਸ ਦੇ ਏਰੀਏ ਦੇ ਉੱਤੇ ਇਹਨਾਂ ਦਾ ਅਸਰ ਪਊਗਾ। ਜਿਹੜਾ ਰੂਲ ਹੈਗਾ ਆ ਮੈਟਰੋਪੋਲੀਟਨ ਦੀ ਵਾਟਰ ਡਿਸਟ੍ਰਿਕਟ ਦੁਆਰਾ ਸਦਰਨ ਕੈਲੀਫੋਰਨੀਆ ਦੇ ਵਿੱਚ ਸੈੱਟ ਕੀਤਾ ਗਿਆ। ਆਊਟਡੋਰ ਵਾਟਰਿੰਗ ਨੂੰ ਹਫ਼ਤੇ ਦੇ ਵਿੱਚ 1 ਦਿਨ ਤੱਕ ਲਿਮਿਟ ਕੀਤਾ ਗਿਆ। ਬਹੁਤ ਸਾਰਿਆਂ ਜੂਰਿਸਡਿਕਸ਼ਨ ਦੇ ਵਿੱਚ ਹਫ਼ਤੇ 'ਚ 1 ਦਿਨ ਤੋਂ ਜ਼ਿਆਦਾ ਤੁਸੀਂ ਬਾਹਰਲੇ ਘਾਹ ਨੂੰ ਪਾਣੀ ਨਹੀਂ ਲਾ ਸਕਦੇ। ਪਹਿਲਾਂ ਵੀ ਇਹ ਰੈਸਟ੍ਰਿਕਸ਼ਨਸ ਉੱਥੇ ਲੱਗਦੀਆਂ ਰਹੀਆਂ, ਪਰ ਹੁਣ ਜਦੋਂ ਇਹ ਸ਼ੁਰੂ ਹੋ ਗਈਆਂ ਤਾਂ ਇਹਦਾ ਸਿੱਧਾ ਅਸਰ ਲੋਕਾਂ ਦੇ ਰਹਿਣ ਸਹਿਣ ਦੇ ਉੱਤੇ ਪੈਣਾ। ਕੁਛ ਥਾਵਾਂ ਦੇ ਉੱਤੇ ਵੋਲਿਊਮ ਲਿਮਿਟ ਕਰ ਦਿੱਤੀ ਜਾਂਦੀ ਹੈ ਕਿ ਇੰਨਾ ਪਾਣੀ ਤੁਸੀਂ ਯੂਜ਼ ਕਰ ਸਕਦੇ ਆ। ਸੋ ਅਰਬਨ ਵਾਟਰ ਯੂਜ਼ ਨੂੰ ਡਰਾਮੈਟਿਕਲੀ ਇਹਨੂੰ ਰਿਡਿਊਸ ਕੀਤਾ ਜਾ ਰਿਹਾ। ਅਮਰੀਕਾ ਦੇ ਵਿੱਚ ਖਾਸ ਕਰ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਸੋਕਾ ਇੱਕ ਬਹੁਤ ਵੱਡੀ ਸਮੱਸਿਆ ਹੈ ਜਿਹਦੇ ਨਾਲ ਉੱਥੋਂ ਦੇ ਲੋਕ ਲੜ ਰਹੇ ਆ।
ਗੋਲ ਇਹ ਆ ਕਿ ਵਾਟਰ ਜਿਹੜਾ ਪਾਣੀ ਦੀ ਵਰਤੋਂ ਨੂੰ 35% ਘੱਟ ਕਰਨਾ ਹਰ ਸਾਲ ਤੱਕ, ਕਿਉਂਕਿ ਡਰਾਟ ਇੰਨਾ ਜ਼ਿਆਦਾ ਹੈ ਉੱਥੇ, ਸੋਕਾ ਇੰਨਾ ਜ਼ਿਆਦਾ ਆ, ਤੇ ਜਿਹਦਾ ਕਿ ਪਹਿਲਾਂ ਕਦੇ ਵੀ ਇੱਥੇ ਤੱਕ ਨਹੀਂ ਸੀ ਹੋਇਆ। ਵਾਟਰ ਅਥਾਰਟੀਜ਼ ਇਸ ਵੇਲੇ ਦੱਸ ਰਹੀਆਂ ਇਸ ਸਿਚੁਏਸ਼ਨ ਨੂੰ ਕਿ ਇੱਕ ਇਸ ਤਰ੍ਹਾਂ ਦੀ ਐਮਰਜੈਂਸੀ ਆ ਜਿਹਦੇ ਉੱਤੇ ਬਹੁਤ ਸਖਤ ਪਾਬੰਦੀਆਂ ਦੀ ਲੋੜ ਆ। ਤੇ ਇਹ ਵੀ ਕਿਹਾ ਜਾ ਰਿਹਾ ਕਿ ਇਹ ਜਿਹੜੀ ਹੁਣ ਹਫ਼ਤੇ 'ਚੋਂ ਇੱਕ ਦਿਨ ਦੇ ਉੱਤੇ ਪਹਿਲਾਂ ਲਾਈ ਗਈ ਹੈ, ਇਹ ਪਾਬੰਦੀ ਬਾਕੀ ਥਾਵਾਂ ਦੇ ਉੱਤੇ ਵੀ ਲੱਗੂਗੀ। ਜਿਹੜੇ ਮੈਟਰੋਪੋਲੀਟਨ ਵਾਟਰ ਡਿਸਟ੍ਰਿਕਟ ਦੇ ਅਫੀਸ਼ੀਅਲਸ ਆ ਉਹ ਇਸ ਗੱਲ ਦੀ ਜਿਹੜੀ ਵਾਰਨਿੰਗ ਵੀ ਦੇ ਰਹੇ ਆ ਔਰ ਕਿ ਇਹ ਪਾਬੰਦੀਆਂ ਹੋਰ ਵਧਾਈਆਂ ਵੀ ਜਾ ਸਕਦੀਆਂ। ਅਪ੍ਰੈਲ ਦੇ ਵਿੱਚ ਨਵਾਂ ਰੂਲ ਅਨਾਊਂਸ ਕੀਤਾ ਗਿਆ ਸੀ। ਡਰਾਟ ਵੈਸਟ ਦੇ ਵਿੱਚ ਹਜੇ ਵੀ ਖਤਮ ਨਹੀਂ ਹੋ ਰਿਹਾ। ਮੋਸਟ ਰੀਸੈਂਟ ਜਿਹੜਾ ਡਾਟਾ US ਡਰਾਟ ਮੋਨੀਟਰਸ ਦਾ ਉਹ ਦੱਸ ਰਿਹਾ ਹੈ ਕਿ 76% ਅਮਰੀਕਨ ਵੈਸਟ ਦੇ ਵਿੱਚ ਜਿਹੜੇ ਆ ਉਹ ਸਵੀਅਰ ਜਾਂ ਐਕਸੈਪਸ਼ਨਲ ਜਿਹੜਾ ਕਦੇ ਦੇਖਿਆ ਨਹੀਂ ਪਹਿਲਾਂ ਇੱਦਾਂ ਦੇ ਸੋਕੇ ਦਾ ਸਾਹਮਣਾ ਕਰ ਰਹੇ ਆ। ਇਹ ਉਹ ਇਲਾਕਾ ਹੈ ਜਿੱਥੇ 55 ਮਿਲੀਅਨ ਦੇ ਕਰੀਬ ਲੋਕ ਰਹਿੰਦੇ ਆ। ਬਹੁਤ ਸਾਰੇ ਰੈਜ਼ਰਵਾਇਰ ਜਿਹੜੇ ਪਾਣੀ ਦੇ ਸੋਰਸਸ ਨੇ ਜਿਨ੍ਹਾਂ ਦੇ ਵਿੱਚ ਕੋਲੋਰਾਡੋ ਰਿਵਰ ਵੀ ਆ ਤੇ ਜਿਹੜੀਆਂ ਲੇਕ ਮੈਡ ਵੀ ਆ, ਲੇਕ ਪਾਵਲ ਵੀ ਆ, ਉਹ ਆਪਣੇ ਕਈ ਦਹਾਕਿਆਂ ਦੇ ਵਿੱਚ ਪਹਿਲੀ ਵਾਰੀ ਇਹ ਹਾਲਤ ਹੋਈ ਕਿ ਉਹਨਾਂ ਦੇ ਵਿੱਚ ਪਾਣੀ ਇੰਨਾ ਘੱਟ ਆ। ਇਹ ਪਹਿਲਾਂ ਕਦੇ ਇੱਦਾਂ ਹੋਇਆ ਨਹੀਂ ਸੀ। ਜਿਹੜਾ ਇਸ ਵੇਲੇ ਸਾਊਥ ਵੈਸਟ ਦੇ ਵਿੱਚ ਡਰਾਟ ਆ ਅਮਰੀਕਾ ਦੇ ਵਿੱਚ, ਕੁਛ ਜਿਹੜੀਆਂ ਸਟੱਡੀਜ਼ ਇਹ ਦੱਸ ਰਹੀਆਂ ਕਿ 1200 ਸਾਲਾਂ ਦੇ ਵਿੱਚ ਕਦੇ ਅਮਰੀਕਾ ਦੇ ਇਸ ਇਲਾਕੇ ਦੇ ਵਿੱਚ ਆਹ ਹਾਲਾਤ ਨਹੀਂ ਪੈਦਾ ਹੋਏ ਸੀ ਕਿ ਪਾਣੀ ਇੰਨਾ ਘੱਟ ਜਾਵੇ ਜਿੰਨਾ ਇਸ ਵੇਲੇ ਘਟਿਆ ਹੈ। ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਵੀ ਇਹ ਗੱਲਬਾਤ ਪਿਛਲੇ ਹਫ਼ਤੇ ਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਕਿ 3 ਮਹੀਨੇ ਫਰਵਰੀ ਤੇ ਅਪ੍ਰੈਲ ਦੇ ਵਿੱਚ ਜਿਹੜਾ 122 ਸਾਲਾਂ ਦਾ ਡਰਾਈਐਸਟ ਪੀਰੀਅਡ ਸੀ, ਵੀ ਇੰਨਾ ਸੋਕਾ ਕਦੇ ਪਿਛਲੇ 1 ਸਦੀ ਤੋਂ ਜ਼ਿਆਦਾ ਸਮੇਂ ਦੇ ਵਿੱਚ ਨਹੀਂ ਦੇਖਿਆ ਗਿਆ ਸੀ। ਪਿਛਲੇ ਹਫ਼ਤੇ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਇਹ ਵਾਰਨਿੰਗ ਦਿੱਤੀ ਸੀ ਕਿ ਵਾਟਰ ਰਿਸਟ੍ਰਿਕਸ਼ਨਸ ਜਿਹੜੀਆਂ ਇੰਪੋਜ਼ ਕੀਤੀਆਂ ਜਾ ਸਕਦੀਆਂ। ਸਟੇਟ ਦੇ ਵਿੱਚ 1 ਸਾਲ ਪਹਿਲਾਂ ਲੋਕਾਂ ਨੂੰ ਵੋਲੰਟਰੀਲੀ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਵਾਟਰ ਨੂੰ ਜਿਹੜਾ ਪਾਣੀ ਪੂਣੀ ਤੁਸੀਂ ਵਰਤਦੇ ਆ ਇਹਨੂੰ 15% ਆਪਣੇ ਆਪ ਘਟਾ ਲਓ। ਕਾਨੂੰਨ ਨਹੀਂ ਸੀ ਉਹਨਾਂ ਨੇ ਲਾਗੂ ਕੀਤਾ ਜਾਂ ਕੋਈ ਸਖਤੀ ਜਾਂ ਇਸ ਤਰ੍ਹਾਂ ਦੀ ਰਿਸਟ੍ਰਿਕਸ਼ਨ ਨਹੀਂ ਲਾਈ, ਆਪਣੇ ਆਪ ਕਿਹਾ ਸੀ ਕਿ ਤੁਸੀਂ 15% ਘਟਾ ਲਓ, ਪਰ ਉਹ ਘਟਿਆ ਨਹੀਂ। ਸਰਕਾਰ ਨੇ ਬੇਨਤੀ ਕੀਤੀ, ਉਹ ਘਟਿਆ ਨਹੀਂ। ਤੇ ਦੂਜਾ ਤਰੀਕਾ ਹੁਣ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇਹੀ ਆ ਕਿ ਇਹਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ, ਜਿਹੜਾ ਲਾਗੂ ਕੀਤਾ ਵੀ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਖਤੀ ਨਾਲ ਲਾਗੂ ਕੀਤਾ ਵੀ ਜਾਣਾ। ਕੈਲੀਫੋਰਨੀਆ ਵਾਟਰ ਅਥਾਰਟੀਜ਼ ਨੇ ਪਿਛਲੇ ਹਫ਼ਤੇ ਇੱਕ ਐਮਰਜੈਂਸੀ ਰੂਲ ਜਿਹੜਾ ਉਹ ਵੀ ਅਪਲਾਈ ਕੀਤਾ ਸੀ ਕਿ ਜਿਹੜਾ ਡਰਿੰਕਿੰਗ ਵਾਟਰ ਆ ਉਹਨੂੰ ਕਿਸ ਤਰੀਕੇ ਦੇ ਨਾਲ ਬਚਾ ਕੇ ਰੱਖਣਾ ਆ, ਤੇ ਜਿਹੜਾ ਨੌਨ ਫੰਕਸ਼ਨਲ ਗਰਾਸ ਜਿਵੇਂ ਕਿ ਡੈਕੋਰੇਟਿਵ ਸਟ੍ਰਿਪਸ ਹੈਗੀਆਂ ਆਊਟਸਾਈਡ ਬਿਜ਼ਨਸ ਦੇ ਜਾਂ ਰੈਜ਼ੀਡੈਂਸ਼ੀਅਲ ਡਿਵੈਲਪਮੈਂਟ ਏਰੀਆਜ਼ ਦੇ ਵਿੱਚ, ਉਹਦੇ ਬਾਰੇ ਵੀ ਕਈ ਗੱਲਾਂ ਬਾਤਾਂ ਚੱਲ ਰਹੀਆਂ ਨੇ। ਇੱਕ ਖਬਰ ਉਹ ਪੂਰੀ ਦੁਨੀਆ ਦੀ, ਔਰ ਜਿਹੜੀ ਖਬਰ ਪੂਰੀ ਦੁਨੀਆ ਨੂੰ ਜਿਹਦੇ ਉੱਤੇ ਪ੍ਰਭਾਵ ਪਿਆ, ਰੂਸ ਯੂਕਰੇਨ ਲੜਾਈ। ਅੱਜ ਦੁਨੀਆ ਦੇ ਵਿੱਚ ਜਿਹੜੀ ਬਹੁਤੀ ਸਮੱਸਿਆ ਆ ਉਹਦਾ ਮੁੱਢ ਉੱਥੇ ਹੀ ਪਿਆ। ਅੱਜ 97 ਦਿਨ ਲੰਘ ਗਿਆ ਇਸ ਲੜਾਈ ਲੱਗੀ ਨੂੰ, 97 ਦਿਨ ਹੋ ਗਏ ਲਗਭਗ। ਅਸੀਂ ਰੋਜ਼ ਹੀ ਇਹ ਗੱਲਬਾਤ ਕਰਦੇ ਹਾਂ ਕਿ ਅੱਜ ਰੂਸ ਯੂਕਰੇਨ ਦੇ ਵਿੱਚ ਕਿੱਥੇ ਤੱਕ ਵੱਧ ਗਿਆ, ਅੱਜ ਕੀ ਹਾਲਾਤ ਬਣ ਗਏ। ਜੋ ਕੁਛ ਉੱਥੇ ਹੋ ਰਿਹਾ ਉਹਦਾ ਅਸਰ ਪੂਰੀ ਦੁਨੀਆ ਦੇ ਵਿੱਚ ਪੈ ਰਿਹਾ, ਚਾਹੇ ਉਹ ਅਸੀਂ ਕੈਨੇਡਾ ਦੇ ਵਿੱਚ ਬੈਠੇ ਹਾਂ ਤੇ ਚਾਹੇ ਉਹ ਅਮਰੀਕਾ ਹੈ ਤੇ ਚਾਹੇ ਉਹ ਪੰਜਾਬ ਆ। ਹਰ ਇੱਕ ਥਾਂ ਦੇ ਉੱਤੇ ਇਸ ਲੜਾਈ ਦਾ ਅਸਰ ਪੈ ਰਿਹਾ। ਦੋ ਗੱਲਾਂ ਮੁੱਖ ਨੇ, ਇੱਕ ਤਾਂ ਤੇਲ ਦਾ ਮਾਮਲਾ ਕਿਉਂਕਿ ਉਹ ਰੂਸ ਦੇ ਨਾਲ ਸੰਬੰਧਿਤ ਆ ਜਾਂ ਯੂਕਰੇਨ, ਦੂਜਾ ਜਿਹੜਾ ਫੂਡ ਗ੍ਰੇਨਸ ਨੇ, ਕਣਕ ਆ, ਮੱਕੀ ਆ, ਤੇ ਜਿਹੜਾ ਦੂਜੇ ਕੁਛ ਐਡੀਬਲ ਆਇਲਸ ਨੇ ਉਹ ਇੱਥੋਂ ਬਾਹਰ ਜਾਂਦੇ ਨੇ। ਉਹਨੇ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਕਾਲ ਪਾਇਆ ਪਿਆ, ਸੰਕਟ ਪੈਦਾ ਕੀਤਾ ਹੈ। 97 ਦਿਨ ਬੀਤ ਚੁੱਕੇ ਆ। ਇੰਨਾ ਸਮਾਂ ਲੰਘਣ ਤੋਂ ਬਾਅਦ ਵੀ ਇਹਦਾ ਕੋਈ ਫੈਸਲਾ ਨਹੀਂ ਹੋ ਰਿਹਾ। ਫੈਸਲਾ ਬੜਾ ਸਿੱਧਾ ਹੋ ਜਾਣਾ ਚਾਹੀਦਾ ਸੀ। ਹੁਣ ਤੱਕ ਕੁਛ ਮਾਹਰ ਇਹ ਦੱਸ ਰਹੇ ਆ ਕਿ ਨੈਟੋ ਜਿਹੜੇ ਯੂਕਰੇਨ ਨੂੰ ਸਪੋਰਟ ਕਰਦੇ, ਇਹਨਾਂ ਦੇ ਵਿੱਚ ਅਮਰੀਕਾ ਵੀ ਸ਼ਾਮਲ ਆ ਤੇ ਦੂਜੇ ਪਾਸੇ ਰੂਸ ਆ। ਤੇ ਜੇ ਇਹ ਸੱਚਮੁੱਚ ਯੂਕਰੇਨ ਨੂੰ ਸਪੋਰਟ ਕਰਦੇ ਆ ਤਾਂ ਨੈਟੋ ਨੂੰ ਹੁਣ ਤੱਕ ਸਿੱਧਾ ਦਖਲ ਦੇ ਦੇਣਾ ਚਾਹੀਦਾ ਸੀ ਲੜਾਈ ਦੇ ਵਿੱਚ, ਸਿੱਧਾ ਲੜਾਈ ਦੇ ਵਿੱਚ ਸ਼ਾਮਲ ਹੋ ਕੇ ਰੂਸ ਨੂੰ ਹਰਾਉਣਾ ਚਾਹੀਦਾ ਸੀ। ਨੈਟੋ ਅੱਜ 97 ਦਿਨਾਂ ਤੋਂ ਬਾਅਦ ਵੀ ਸਿੱਧਾ ਲੜਾਈ ਦੇ ਵਿੱਚ ਸ਼ਾਮਲ ਨਹੀਂ ਹੋਇਆ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਨਿਊਯਾਰਕ ਟਾਈਮਜ਼ ਦੇ ਵਿੱਚ ਇੱਕ ਲਿਖਿਆ ਵੀ ਸੀਗਾ ਜਿਹਦੇ ਵਿੱਚ ਉਹਨਾਂ ਨੇ ਜਿਹੜਾ ਇੱਕ ਗੱਲ ਸਾਫ਼ ਕਰ ਦਿੱਤੀ ਸੀ ਕਿ ਨੇਟੋ ਜਿਹੜਾ ਆ ਉਹ ਨੇਟੋ ਦੀਆਂ ਜਿਹੜੀਆਂ ਫੋਰਸਿਸ ਨੇ ਉਹ ਸਿੱਧਾ ਰੂਸ ਦੇ ਉੱਤੇ ਹਮਲਾ ਨਹੀਂ ਕਰਨਗੀਆਂ, ਜਿਹਦਾ ਮਤਲਬ ਰੂਸ ਕੋਲ ਜ਼ਿਆਦਾ ਤਾਕਤ ਆ ਇਕੱਲੇ ਯੂਕਰੇਨ ਨਾਲ ਲੜਨ ਦੀ, ਤੇ ਉਹ ਲੜ ਵੀ ਰਿਹਾ ਇਹਦੇ ਵਿੱਚ। ਇਹ ਵੱਖਰੀ ਗੱਲ ਆ ਕਿ ਯੂਕਰੇਨ ਵੀ ਲੰਬੇ ਸਮੇਂ ਤੋਂ ਉਹਦੇ ਸਾਹਮਣੇ ਅੜਿਆ ਖੜਾ, ਪਰ ਯੂਕਰੇਨ ਦਾ ਨੁਕਸਾਨ ਇਸ ਮਾਮਲੇ ਦੇ ਵਿੱਚ ਬਹੁਤ ਹੋ ਗਿਆ। ਇੱਕ ਇਸ ਜਿਹੜਾ ਆਰਟੀਕਲ ਦੇ ਵਿੱਚ ਜੋ ਬਾਈਡਨ ਰਾਸ਼ਟਰਪਤੀ ਅਮਰੀਕਾ ਨੇ ਸਾਫ਼ ਕਰ ਦਿੱਤਾ ਸੀ ਇਹ ਗੱਲ ਕਿ ਅਸੀਂ ਲੋਕਤੰਤਰ, ਇੱਕ ਜਿਹੜਾ ਆਜ਼ਾਦ ਤੇ ਉੱਦਾਂ ਦਾ ਯੂਕਰੇਨ ਦੇਖਣਾ ਚਾਹੁੰਦੇ ਹਾਂ ਤੇ ਇਹਦਾ ਹੱਲ ਕਿਸੇ ਨਾ ਕਿਸੇ ਡਿਪਲੋਮੈਟਿਕ ਤਰੀਕੇ ਨਾਲ ਜਿਹੜਾ ਕੀਤਾ ਜਾਣਾ ਚਾਹੀਦਾ। ਫਿਰ ਸਵਾਲ ਇਹ ਵੀ ਉੱਠਦਾ ਸੀ ਕਿ ਜੇ ਤੁਸੀਂ ਡਿਪਲੋਮੈਟਿਕ ਤਰੀਕੇ ਦੇ ਨਾਲ ਲੜਾਈ ਦਾ ਹੱਲ ਚਾਹੁੰਦੇ ਆ ਤਾਂ ਫਿਰ ਯੂਕਰੇਨ ਦੀ ਮਦਦ ਹਥਿਆਰਾਂ ਦੇ ਨਾਲ ਕਿਉਂ ਕਰ ਰਹੇ ਆ। ਉਸ ਗੱਲ ਦੇ ਵਿੱਚ ਰਾਸ਼ਟਰਪਤੀ ਜੋ ਬਾਈਡਨ ਨੇ ਜਵਾਬ ਇਹ ਦਿੱਤਾ ਸੀ ਕਿ ਹਥਿਆਰਾਂ ਦੀ ਮਦਦ ਅਸੀਂ ਇਸ ਕਰਕੇ ਕਰ ਰਹੇ ਹਾਂ ਕਿ ਯੂਕਰੇਨ ਰੂਸ ਦੇ ਸਾਹਮਣੇ ਖੜਾ ਰਹਿ ਸਕੇ, ਲੜ ਸਕੇ ਉਹਦੇ ਨਾਲ, ਤੇ ਦੂਜੇ ਪਾਸੇ ਗੱਲਬਾਤ ਜਿਹੜੀ ਉਹ ਡਿਪਲੋਮੈਟਿਕ ਤਰੀਕੇ ਨਾਲ ਹੀ
ਹੱਲ ਹੋਣੀ ਹੈ। ਸੋ ਰੂਸ ਤੇ ਨਾਟੋ ਦੇ ਵਿੱਚ ਸਿੱਧਾ ਯੁੱਧ ਹੋ ਨਹੀਂ ਸਕਦਾ, ਇਹਦੀ ਸੰਭਾਵਨਾ ਨਹੀਂ ਆ। ਤੇ ਦੂਜਾ, ਇਸ ਵੇਲੇ ਜਿਹੜਾ रूस का कैमिकल प्लांट के नाइट्रिक एसिड टैंक के उत्ते हमला, ये रूसी सेना ने यूक्रेन का जिहड़ा पूर्वी शहर आ एक सेवेरोडोनेट्स्क उहदे उत्ते कैमिकल प्लांट के उत्ते हवाई हमला किया है। प्लांट के विच मौजूद नाइट्रिक एसिड के एक टैंक के उत्ते हमला होया है। लुहांस्क के गवर्नर जिहड़े ने शंघाई गेडे, उन्होंने ये गलबात दस्सिया कि रूसी सैनिकों ने कैमिकल प्लांट के उत्ते हमला किया है। हुण दस्सिया जा रहा है कि जे रूस यूक्रेन के इस हिस्से ते अपना कब्जा कर लैंदा तो फिर एक तरीके दे नाल आउण वाले दिनों दे विच उहदी जिੱਤ हो जूगी कि घट्टो घट्ट यूक्रेन का एक वड्डा जिहड़ा इलाका आ वो रूस के कब्जे दे विच आऊगा, जां जिथे वो अपने तरीके दे नाल काम कर सकणगे। यूक्रेन के राष्ट्रपति व्लादिमीर ज़ेलेंस्की वो कह रहे कि हमला पागलपन आ, ये पागलपन करार दिता उन्होंने इस हमले नूं कि इस हमले तो बाद गवर्नर ने लोगों के नाल शैल्टर के बाहर ना निकलण की अपील की है, भी जिथे किते तुसीं हैगे आ उत्थे बच जाओ। सो जिहड़ियां अपडेट्स इस वेले आ रही हैं कि रूसी सेना ने कल मंगलवार नूं जिहड़ी लड़ाई हुई है उहदे विच खारकीव दे लगातार 10 घंटे तक उत्थे गोलीबारी की है। एक व्यक्ति की मौत हुई है, एक व्यक्ति कहते जख्मी होया। अमरीका यूक्रेन नूं 60 किलोमीटर तो ज़्यादा जिहड़ी रेंज वाली तोपां आ वो मुहैया करवा रहा है। तो जिहड़ियां ये समान अमरीका यूक्रेन नूं दे रहा है, ये उत्ते रूस के राष्ट्रपति ने बयान दिता कि तुसीं अमरीका वो काम कर रहा जिद्दां बलदी दे उत्ते तेल पाउणा हुंदा, इहनूं लड़ाई नूं रोकना चाहिए, ना कि लड़ाई नूं ਵਧਾਉਣਾ चाहिए। सो इस वेले की रूस यूक्रेन युद्ध कदों समाप्त हुंदा है ते किस तरीके दे नाल ये सारा कुछ उत्थे ठीक ठाक हुंदा है, इहदे उत्ते नज़रां लोकां दीयां टिकियां ने। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बैल आइकन वाले बटन ते क्लिक करो।